खालड़ा साहब वाहिगुरू जी का खालसा वाहिगुरू जी की फतेह। माफी चाहांगा तो इंतजार करना पिया। अमरजीत जी वाहिगुरू जी का खालसा वाहिगुरू जी की फतेह। हाँ जी डॉक्टर साहब वाहिगुरू जी का खालसा वाहिगुरू जी की फतेह जी। माफी चाहांगा तो इंतजार करना पिया जी। ਤੁਸੀਂ ਮੈਂ ਇਹਨਾਂ ਬਾਰੇ ਦੱਸਦੇ ਹਾਂ ਸੰਗਾ ਸਾਹਿਬ ਔਰ ਸੋਢੀ ਸਾਹਿਬ ਇਹ ਸਾਬਕਾ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੀ। ਖਾਲੜਾ ਸਾਹਿਬ ਡਾਕਟਰ ਸਾਹਿਬ ਪਹਿਲਾਂ ਤਾਂ ਮੈਂ ਸਮੂਹ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਦਿੰਦਾ ਜੀ। ਦੂਜਾ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ, ਬਹੁਤ ਵਧੀਆ ਚੱਲ ਰਿਹਾ। ਸੰਗਾ ਸਾਹਿਬ ਤੁਹਾਡੇ ਲਾਗੇ ਬੈਠੇ ਆ, ਉਹਨਾਂ ਨੇ ਜੀ ਬੜੇ ਸੋਹਣੇ ਵਿਚਾਰ ਰੱਖੇ ਡਿਟੇਲ ਦੇ ਨਾਲ ਜੀ। ਤੇ ਬਾਕੀ ਤੁਸੀਂ ਕਿਹਾ ਵੀ ਕੀ ਖੱਟਿਆ ਤੇ ਕੀ ਗਵਾਇਆ ਜੀ। ਮੈਂ ਸੋਚਦਾ ਵਾਂ ਵੀ 27 ਸਾਲਾਂ ਦੇ ਵਿੱਚ ਜਿੱਦਾਂ ਇਹਨਾਂ ਵੀ ਦੱਸਿਆ ਵੀ ਅਸੀਂ ਇਹ ਤਾਂ ਖੱਟਿਆ ਵੀ ਸਿੱਖ ਕੌਮ ਦੇ ਵਿੱਚ ਸਿੱਖੀ ਦੇ ਪ੍ਰਤੀ ਜਾਗਰਤੀ ਲਿਆਂਦੀ ਆ। ਠੀਕ ਹੈ ਜੀ। ਕਿਉਂਕਿ ਉਹ ਵੀ ਵਿਦੇਸ਼ਾਂ ਦੇ ਵਿੱਚ ਠੀਕ ਹੈ, ਪਰ ਅਸੀਂ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਵਿੱਚ ਸਿੱਖੀ ਪ੍ਰਤੀ ਜਾਗਰਤੀ ਗਵਾਈ ਵੀ ਆ ਜੀ। ਕਿਉਂਕਿ ਇਹਦੇ ਵਿੱਚ ਅਸੀਂ ਜੇ ਇੱਕੇ ਧਿਰ ਦੇ ਬਾਰੇ ਕਹੀਏ ਵੀ ਇਹ ਅਕਾਲੀਆਂ ਦਾ ਕਸੂਰ ਆ, ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ। ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇੱਕ ਪੈਰਲਰ ਵਿਚਾਰਧਾਰਾ ਜਿਹੜੀ ਆ ਉਹ ਚਲਾਈ ਸੀਗੀ ਜੀ। ਤੇ ਉਸ ਵਿਚਾਰਧਾਰਾ ਨੇ ਜਿਹੜਾ ਵਾ ਉਹ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਬਜਾਏ ਜੀ ਆਪਣੀ ਸਿਆਸੀ ਸੋਚ ਦੀ ਘਾਟ ਹੋਣ ਕਰਕੇ ਜਿਹੜਾ ਆਪਦਾ ਪਲੇਟਫਾਰਮ ਆ ਉਹ 27 ਸਾਲਾਂ ਬਾਅਦ ਅੱਜ ਬਹੁਤ ਵੱਡੀ ਹੱਦ ਤੱਕ ਗਵਾ ਲਿਆ। ਜਿਹਦਾ ਕਾਰਨ ਅਸੀਂ ਆਪਣੀ ਗੁਲਾਮੀ ਦੀ ਗੱਲ ਵੀ ਸਿੱਖਾਂ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਨਹੀਂ ਲਿਆ ਸਕੇ। ਲੀਡਰਸ਼ਿਪ ਸਾਡੀ ਹਮੇਸ਼ਾ ਦਚਿੱਤੀ ਦੇ ਵਿੱਚ ਰਹੀ ਆ। ਜਿੱਦਾਂ ਗੱਲ ਤੁਸੀਂ ਕੀਤੀ ਸੀ ਜੀ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਨੂੰ ਡਿਕਲੇਅਰ ਕਿਉਂ ਨਹੀਂ ਕੀਤਾ ਗਿਆ। ਹਾਲੇ ਤੱਕ ਸੰਤ ਜਰਨੈਲ ਸਿੰਘ ਤੋਂ ਬਾਅਦ ਜਿਹੜੀ ਉਹ ਵਿਚਾਰਧਾਰਾ ਦੇ ਲੋਕ ਸੀਗੇ ਉਹਨਾਂ ਨੂੰ ਸਰਕਾਰ ਜਿੱਦਾਂ ਚਲਾਉਣਾ ਚਾਹੁੰਦੀ ਰਹੀ ਆ, ਚਲਾਉਂਦੀ ਰਹੀ ਆ। ਕਿਉਂਕਿ ਜੇ ਉਹਨਾਂ ਨੂੰ ਲੋੜ ਪਈ ਵੀ ਸੰਤਾਂ ਦੀ ਸ਼ਹੀਦੀ ਡਿਕਲੇਅਰ ਨਾ ਕੀਤੀ ਜਾਵੇ, ਉਹ ਸ਼ਹੀਦ ਲੋਕਾਂ ਦੇ ਵਿੱਚ ਇੱਕ ਹੀਰੋ ਦੇ ਰੂਪ ਦੇ ਵਿੱਚ ਨਾ ਉੱਭਰਨ, ਤੇ ਉਸ ਵਿਚਾਰਧਾਰਾ ਵਾਲੇ ਲੋਕਾਂ ਤੋਂ ਹੀ ਕਹਾਇਆ ਗਿਆ ਕਿ ਉਹ ਸ਼ਹੀਦ ਨਹੀਂ ਹੋਏ। ਮੈਂ ਮਾਫ ਕਰਦਾ, ਤੁਸੀਂ ਸੰਗਾ ਸਾਹਿਬ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਆ, ਪਰ ਤੁਸੀਂ ਉਹਨਾਂ ਨੂੰ ਉਸ ਲਿਮਿਟ ਤੱਕ ਲੈ ਗਏ ਸੀ ਜਿਹਦੇ ਬਾਰੇ ਉਹ ਕਲੀਅਰ ਨਹੀਂ ਕਹਿ ਸਕਦੇ ਸੀ। ਪਰ ਮੈਂ ਉਸ ਗੱਲ ਨੂੰ ਕਲੀਅਰ ਕਰਦਾ ਕਿ ਸਾਡੀ ਉਸ ਵਿਚਾਰਧਾਰਕ ਲਾਈਨ ਨੂੰ ਸਰਕਾਰ ਆਪਣੇ ਹੱਥਾਂ ਦੇ ਵਿੱਚ ਵਰਤਦੀ ਰਹੀ ਹੈ ਹਾਲੇ ਤੱਕ। ਨਹੀਂ, ਪਰ ਸੰਗਾ ਸਾਹਿਬ ਨੇ ਤੇ ਇਹ ਗੱਲ ਕਹੀ ਸੀਗੀ ਅਮਰਜੀਤ ਜੀ, ਜੇ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਵੇ ਤਾਂ ਸੰਗਾ ਸਾਹਿਬ ਨੇ ਓਪਨਲੀ ਕਿਹਾ ਸੀਗਾ ਕਿ ਜ਼ਾਹਿਰ ਤੌਰ ਪਰ ਸਰਕਾਰ ਨੂੰ ਇਹ ਭਾਉਂਦਾ ਸੀਗਾ ਕਿ ਸੰਤਾਂ ਨੂੰ ਡਿਕਲੇਅਰ ਨਾ ਕੀਤਾ ਜਾਵੇ। ਇਹਦੇ ਵਿੱਚ ਤੁਸੀਂ ਹੋਰ ਕੀ ਮਤਲਬ ਲਓਗੇ? ਇਹਦੇ ਵਿੱਚ ਤੁਸੀਂ ਇੱਕ ਹੋਰ ਕੁਐਸਚਨ ਪੁੱਛਿਆ ਹੈ ਤੇ ਉਹ ਲੋਕ ਜਿਹੜੇ ਸੰਤਾਂ ਨੂੰ ਉਹਨਾਂ ਦੀ ਵਿਚਾਰਧਾਰਾ ਵਾਲੇ ਕਹਿੰਦੇ ਰਹੇ ਆ, ਉਹ ਕਿਉਂ ਕਹਿੰਦੇ ਰਹੇ? ਹਾਂ, ਤੁਸੀਂ ਦੱਸੋ ਉਹਦਾ ਜਵਾਬ। ਉਹੋ ਹੀ ਮੈਂ ਕਹਿਣ ਡਿਆ ਵਾਂ ਵੀ ਇਹ ਜਿਹੜੀ ਸਾਡੀ ਇਹ ਵਿਚਾਰਧਾਰਾ ਵਾਲੀ ਲੀਡਰਸ਼ਿਪ ਸੀ, ਇਹਨੂੰ ਸਰਕਾਰ ਏਜੰਸੀਆਂ ਆਪਣੇ ਤਰੀਕੇ ਨਾਲ ਮੋਲਡ ਕਰਦੀਆਂ ਰਹੀਆਂ। ਮਤਲਬ ਜਿਹੜੀ ਐਡੀ ਵੱਡੀ ਸੰਸਥਾ ਹੋਵੇ, ਇੰਨੀ ਪਵਿੱਤਰ ਸੰਸਥਾ ਹੋਵੇ, ਜੇ ਉਹਦੇ ਲੋਕ ਹੀ ਸਰਕਾਰੀ ਦਬਾਅ ਅਧੀਨ ਮੋਲਡ ਹੋ ਗਏ ਤੇ ਬਾਕੀ ਦੇ ਤੁਸੀਂ ਕੌਮ ਦੇ ਵਿੱਚ ਜਿਹੜੇ ਮੇਰੇ ਵਰਗੇ ਮਾਈਨਸ ਸਿੱਖ ਨੇ ਉਹਨਾਂ ਦਾ ਤੁਸੀਂ ਕੀ ਸੋਚ ਸਕਦੇ ਹੋ ਉਹਦੇ ਬਾਰੇ? ਇਹਦੇ ਵਿੱਚ ਡਾਕਟਰ ਸਾਹਿਬ ਇੱਕ ਸਥਿਤੀ ਇਹੋ ਜਿਹੀ ਆਈ ਸੀਗੀ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਇੱਕ ਸੰਸਥਾ ਦਾ ਮੁਖੀ ਹੋਣ ਦੇ ਨਾਤੇ ਤੋਂ ਉੱਪਰ ਉੱਠ ਕੇ ਜੀ ਇੱਕ ਸਿੱਖ ਕੌਮ ਦੇ ਲੀਡਰ ਦੇ ਤੌਰ ਤੇ ਉੱਭਰਿਆ ਸੀ। ਠੀਕ ਹੈ। ਪਰ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਜੀ ਅਸੀਂ ਉਸ ਸੰਸਥਾ ਨੂੰ ਮੁੱਖ ਬਣਾ ਲਿਆ। ਰਾਈਟ, ਠੀਕ ਹੈ। ਤੇ ਉਹਦੇ ਕਾਰਨ ਉਸ ਸੰਸਥਾ ਦੇ ਉੱਤੇ ਲੋਕ ਜਿਹੜੇ ਬਿਰਾਜਮਾਨ ਹੋ ਗਏ ਸੰਤਾਂ ਦੀ ਸ਼ਹੀਦੀ ਤੋਂ ਬਾਅਦ, ਉਹਨਾਂ ਨੂੰ ਉਹਨਾਂ ਨੇ ਆਪਣੇ ਤਰੀਕੇ ਨਾਲ ਬਦਲਦੇ ਰਹੇ। ਖਾਲੜਾ ਸਾਹਿਬ, ਤੁਸੀਂ ਵੀ ਮੈਂਬਰ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਤੁਸੀਂ ਆਪਣੀ ਮੈਂਬਰਸ਼ਿਪ ਜਦੋਂ ਤੁਸੀਂ ਮੈਂਬਰ ਸੀ,
ਕੀ ਤੁਸੀਂ ਇਹ ਆਵਾਜ਼ ਚੁੱਕੀ ਸੀ ਕਿ ਸੰਤਾਂ ਦੀ ਜਾਂ ਸ਼ਹੀਦਾਂ ਦੀ ਯਾਦਗਾਰ ਸ਼੍ਰੋਮਣੀ ਕਮੇਟੀ ਵੱਲੋਂ ਬਣਨੀ ਚਾਹੀਦੀ? ਇੱਕ ਮੈਂਬਰ ਦੀ ਹੈਸੀਅਤ ਨਾਲ ਤੁਸੀਂ ਆਵਾਜ਼ ਚੁੱਕੀ ਕਦੀ? ਇਹ ਡਾਕਟਰ ਸਾਹਿਬ ਪਹਿਲੋਂ ਤਾਂ ਮੈਂਬਰ ਦੀ ਹੈਸੀਅਤ ਦੇ ਨਾਲ ਅਸੀਂ ਕੋਸ਼ਿਸ਼ ਕੀਤੀ ਸੀ ਵੀ ਸੰਤਾਂ ਨੂੰ ਸ਼ਹੀਦ ਡਿਕਲੇਅਰ ਕੀਤਾ ਜਾਵੇ, ਜਿਹੜਾ ਬਾਅਦ ਚ ਉੱਥੋਂ ਹੋਇਆ ਅਕਾਲ ਤਖਤ ਸਾਹਿਬ ਤੋਂ। ਠੀਕ ਹੈ। 1995 ਦਾ ਜਿਹੜਾ ਵਰਲਡ ਸਿੱਖ ਕਨਵੈਨਸ਼ਨ ਅੰਮ੍ਰਿਤਸਰ ਹੋਈ ਸੀ, ਉਹਦੇ ਵਿੱਚ ਵੀ ਟੌੜਾ ਸਾਹਿਬ ਨੂੰ ਕਹਿ ਕੇ ਉਹ ਗੱਲ ਹੋਈ ਸੀਗੀ। ਫਿਰ ਜਿੱਥੋਂ ਤੱਕ ਯਾਦਗਾਰ ਦੀ ਭਾਈ ਸਾਹਿਬ ਇੱਥੇ ਟੀਵੀ ਤੇ ਬੈਠੇ ਆ, ਉਹ ਗੱਲ ਕਰ ਰਹੇ ਆ ਜਿਹੜੀ ਉੱਥੇ ਜਦੋਂ 1986 ਚ ਸਰਬੱਤ ਖਾਲਸਾ ਹੋਇਆ ਸੀ, ਅਕਾਲ ਤਖਤ ਸਾਹਿਬ ਦੁਬਾਰਾ ਉਸਾਰਿਆ ਗਿਆ ਸੀ ਸਿੱਖ ਸੰਗਤਾਂ ਵੱਲੋਂ। ਉਹ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੇ ਆਲੇ ਦੁਆਲੇ ਇੱਕ ਗੈਲਰੀ ਬਣਾਈ ਹੈ ਐਕਸਟਰਾ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਵੱਡਿਆਂ ਕਰਕੇ। ਅੱਛਾ। ਉਹ ਸਰਬੱਤ ਖਾਲਸਾ ਦੇ ਵਿੱਚ ਉਦੋਂ ਪਾਸ ਹੋ ਚੁੱਕਾ ਸੀਗਾ ਵੀ ਇੱਥੇ ਯਾਦਗਾਰ ਬਣੇਗੀ, ਇਹ ਜਿਹੜੀ ਗੈਲਰੀ ਆ ਉਹਨਾਂ ਸ਼ਹੀਦਾਂ ਦੀ ਯਾਦਗਾਰ ਹੋਊਗੀ। ਫਿਰ ਕਿਉਂ ਨਹੀਂ ਬਣ ਸਕੀ? ਕੀ ਕਾਰਨ ਸੀ ਇਹਦਾ? ਕਾਰਨ ਫਿਰ ਮੈਂ ਉਹੀ ਕਹੂੰਗਾ, ਉਹਨਾਂ ਨੂੰ ਇਲਜ਼ਾਮ ਦੇਣ ਦੀ ਬਜਾਏ ਕਿ ਅਸੀਂ ਉਹਨਾਂ ਦੇ ਉੱਤੇ ਕੋਈ ਪੈਰਲਲ ਦਬਾਅ ਨਹੀਂ ਰੱਖ ਸਕੇ। ਕਿਉਂ ਨਹੀਂ ਰੱਖ ਸਕੇ? ਕੀ ਕਾਰਨ ਸੀ? ਤੁਸੀਂ ਇਕੁਅਲ ਮੈਂਬਰਸ ਹੋ। ਸਾਡੀ ਲਹਿਰ ਦੀ ਲੀਡਰਸ਼ਿਪ ਮੁੜ ਤੋਂ ਦਚਿੱਤੀ ਦੇ ਵਿੱਚ ਰਹੀ ਆ, ਕੋਈ ਕਲੀਅਰ ਕੱਟ ਫੈਸਲਾ ਨਹੀਂ ਕਰ ਸਕੀ। ਅਕਾਲ ਤਖਤ ਸਾਹਿਬ ਦੀ ਜਦੋਂ ਗੈਲਰੀ ਦਾ ਸਰਬੱਤ ਖਾਲਸਾ ਨੇ ਪਾਸ ਕੀਤਾ, ਉਸ ਤੋਂ 10 ਸਾਲ ਬਾਅਦ ਤੱਕ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸਾਡੀ ਲਹਿਰ ਦੀ ਲੀਡਰਸ਼ਿਪ ਦੇ ਹੱਥਾਂ ਦੇ ਵਿੱਚ ਰਿਹਾ। ਪਰ ਉਹ ਆਪ ਖੁਦ ਵੀ ਉੱਥੇ ਉਸ ਯਾਦਗਾਰ ਨੂੰ ਸਥਾਪਿਤ ਨਹੀਂ ਕਰ ਸਕੇ। ਮੈਂ ਉਹੀ ਕਾਰਨ ਪੁੱਛਣਾ ਚਾਹ ਰਿਹਾ ਨਾ ਖਾਲਸਾ ਸਾਹਿਬ। ਕਾਰਨ ਇਹੀ ਆ ਕਿ ਜਿਹੜੀ ਆ ਸਰਕਾਰ ਵਾ ਉਹ ਉੱਥੇ ਨਹੀਂ ਚਾਹੁੰਦੀ ਕਿ ਕੋਈ ਵੀ 1984 ਮਤਲਬ ਇਹਦਾ ਮਤਲਬ ਫਿਰ ਉਹ ਵੀ ਸਰਕਾਰ ਅਧੀਨ ਹੀ ਸਨ ਜਿਨ੍ਹਾਂ ਨੇ ਪਾਸ ਕੀਤਾ ਸੀ। ਮੈਂ ਤਾਂ ਤੁਹਾਨੂੰ ਕਿਹਾ ਵਾ ਵੀ ਜਿਹੜੀ ਵੀ ਸਾਡੀ ਲੀਡਰਸ਼ਿਪ ਬਾਅਦ ਦੇ ਵਿੱਚ ਆਈ ਆ, ਉਹਨੂੰ ਉਹ ਆਪਣੇ ਤਰੀਕੇ ਦੇ ਨਾਲ ਵਰਤਦੇ ਰਹੇ ਆ। ਨਹੀਂ ਖਾਲੜਾ ਸਾਹਿਬ, ਇੱਕ ਵਕਤ ਐਸਾ ਸੀ ਜਦੋਂ ਜੁਝਾਰੂਵਾਦ ਹਾਵੀ ਸੀਗਾ ਅਕਾਲ ਤਖਤ ਸਾਹਿਬ ਤੇ। ਉਸ ਵਕਤ ਕਿਉਂ ਨਹੀਂ ਯਾਦਗਾਰ ਬਣਾਈ ਗਈ ਜਦੋਂ ਕਿ ਹਰ ਚੀਜ਼ ਕੀਤੀ ਜਾ ਰਹੀ ਸੀ? ਸਿੱਖ ਬੱਚੀਆਂ ਦੇ ਸਿਰਾਂ ਦੇ ਉੱਤੇ ਚੁੰਨੀਆਂ ਰਖਵਾ ਦਿੱਤੀਆਂ ਗਈਆਂ, ਸਭ ਕੁਝ ਹੋ ਰਿਹਾ ਸੀ ਜੋ ਖਾਲਸਾਈ ਤਰਾਨੇ ਦੇ ਮੁਤਾਬਕ ਸੀ। ਫਿਰ ਉਸ ਵਕਤ ਵੀ ਯਾਦਗਾਰ ਨਹੀਂ ਬਣੀ। ਇਹਦੇ ਪਿੱਛੇ ਕੀ ਸਿਆਸਤ ਹੈ? ਤੁਸੀਂ ਕਲੀਅਰ ਕਰੋ। ਉਸ ਟਾਈਮ ਤੇ ਵੀ ਡਾਕਟਰ ਸਾਹਿਬ ਅਕਾਲ ਤਖਤ ਸਾਹਿਬ ਦਾ ਕੰਟਰੋਲ ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਸੀ ਜਿਹੜੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦੇ ਸੀ। ਜੇ ਉਹ ਅਕਾਲ ਤਖਤ ਸਾਹਿਬ ਤੇ ਉਸ ਟਾਈਮ ਤੇ ਯਾਦਗਾਰ ਬਣਾਉਂਦੇ ਤਾਂ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਡਿਕਲੇਅਰ ਕਰਨਾ ਪੈਣਾ ਸੀ। ਮਤਲਬ ਫਿਰ ਉਹੀ ਕਾਰਨ ਖਾਲੜਾ ਸਾਹਿਬ, ਫਿਰ ਇਹ ਤਾਂ ਫਿਰ ਉਹ ਗੱਲ ਹੋ ਗਈ, ਚਾਹੇ ਅਕਾਲੀ ਹੋਣ ਚਾਹੇ ਕੋਈ ਹੋਰ ਹੋਵੇ, ਮਤਲਬ ਸਾਡਾ ਅਕਾਲ ਤਖਤ ਸਾਹਿਬ ਅਧੀਨ ਰਿਹਾ ਸਰਕਾਰ ਦੇ। ਹਾਂਜੀ, ਇਹ ਤਾਂ ਮੁੜ ਤੋਂ ਰਿਹਾ ਵਾ। ਜੇ ਹੁਣ ਅੱਜ ਅਸੀਂ ਅਕਾਲੀ ਦਲ ਤੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਜ਼ਾਮ ਲਾਈ ਜਾਂਦੇ ਆ ਵੀ ਉਹ ਯਾਦਗਾਰ ਨਹੀਂ ਬਣਾਉਂਦੇ, ਪਰ ਅਸੀਂ 27 ਸਾਲਾਂ ਦੇ ਵਿੱਚ ਉੱਥੇ ਕੀ ਕੋਈ ਆਪਣੇ ਤੌਰ ਤੇ ਯਾਦਗਾਰ ਨਹੀਂ ਸਾਰ ਸਕਦੇ, ਭਾਵੇਂ ਕਿ ਕਿਤੇ ਬਾਹਰ ਹੀ ਉੱਥੋਂ ਸਾਰਦੇ। ਇਹੀ ਤਾਂ ਪ੍ਰਸ਼ਨ ਹੈ। ਖਾਲੜਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। शुक्रिया जी डॉक्टर साहब। साढ़े पास संगर साहब और सोडी साहब बहुत सारी फोन कॉल्स आ रही हैं, बहुत सारे। मैं सारे कॉलर्स ਨੂੰ ਕਹਾਂਗਾ ਕਿ ਪਲੀਜ਼ ਥੋੜਾ ਜਿਹਾ ਸ਼ਾਰਟ ਦੇ ਵਿੱਚ ਗੱਲ ਕਰਿਓ, ਸਿੱਧਾ ਸਵਾਲ ਕਰਿਓ ਆਪ, ਚਾਹੇ ਸੰਗਰ ਸਾਹਿਬ ਦੇ ਨਾਲ ਚਾਹੇ ਸੋਡੀ ਸਾਹਿਬ ਦੇ ਨਾਲ, ਕਿਉਂਕਿ ਮੇਰੇ ਪਾਸ ਤਾਂ ਬਹੁਤ ਸਾਰੇ ਸਵਾਲ ਨੇ, ਬਹੁਤ ਸਾਰੇ ਮਸਲੇ ਨੇ, ਲੇਕਿਨ ਆਪ ਜੀ ਦੀ ਕਾਲਸ ਦੀ ਮੇਰੇ ਹਿਰਦੇ ਵਿੱਚ ਕਦਰ ਹੈ ਕਿਉਂਕਿ ਸਾਡੇ ਪਾਸ ਸਿਰਫ 25 ਜਾਂ 30 ਮਿੰਟ ਦਾ ਸਮਾਂ ਬਾਕੀ ਹੈ। ਇਸ ਕਰਕੇ ਮੈਂ ਚਾਹਾਂਗਾ ਕਿ ਆਪ ਪਲੀਜ਼ ਸ਼ਾਰਟ ਦੇ ਵਿੱਚ ਗੱਲ ਕਰਨਾ। ਜੀ ਅਗਲੇ ਕਾਲਰ ਵੱਲ ਚੱਲਦੇ ਹਾਂ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਵਾਹਿਗੁਰੂ ਜੀ ਦਾ ਖਾਲਸਾ। ਜੀ ਕੌਣ ਬੋਲਦੇ ਵੀਰ ਜੀ? ਮੈਂ ਜਸਵੰਤ ਸਿੰਘ ਪੰਜਥਾ ਬੋਲਦਾ ਫਰਾਂਸ ਤੋਂ ਜੀ। ਜਸਵੰਤ ਸਿੰਘ ਸਾਹਿਬ, ਸਵਾਗਤ ਹੈ ਆਪ ਜੀ ਦਾ। ਕੀ ਕਹਿਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਸੰਗਤ ਟੀਵੀ ਤੇ ਇੱਥੇ ਜਿਹੜੇ ਮੇਰੇ ਵੀਰ ਬੈਠੇ ਨੇ, ਅੱਜ ਜਿਹੜਾ ਮਸਲਾ ਲੈ ਕੇ, ਜਿਹੜੀ ਪ੍ਰੋਗਰਾਮ ਨੂੰ ਲੈ ਕੇ, ਮੈਂ ਇਹਨਾਂ ਸਾਰਿਆਂ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦਾ। ਧੰਨਵਾਦ ਤੁਹਾਡਾ ਪੰਜਥਾ ਸਾਹਿਬ। ਹਾਂਜੀ ਜੀ। ਤੇ ਜਿਹੜਾ ਤੁਸੀਂ ਇਹ ਅੱਜ ਪ੍ਰੋਗਰਾਮ ਚਲਾ ਰਹੇ ਹੋ ਕਾਲੀ ਸੂਚੀ ਦਾ, ਹਾਂ, ਤੇ ਹੋਰ ਜਿਹੜੇ ਸ਼ਹੀਦਾਂ ਦੀ ਯਾਦ ਕਰਦਾ, ਹਾਂਜੀ, ਇਹ ਬਹੁਤ ਅਹਿਮ ਮੁੱਦਾ ਹੈ ਤੇ ਸਮੇਂ ਦੀ ਮੰਗ ਵੀ ਹੈ ਜੀ। ਪਰ ਅੱਜ ਜੇ ਆਪਾਂ ਕਾਲੀ ਸੂਚੀ ਦੀ ਗੱਲ ਕਰਦੇ ਆ, ਹਾਂ, ਇਹ ਤਾਂ ਡਾਕਟਰ ਸਾਹਿਬ ਉਹ ਗੱਲ ਹੈ ਕਿ ਉਲਟਾ ਚੋਰ ਕੋਤਵਾਲ ਨੂੰ ਡਾਟੇ। ਕਿਸ ਤਰ੍ਹਾਂ? ਕਿਉਂਕਿ ਜਿਹੜਾ ਭਾਈ ਗੁਰਦੇਵ ਸਿੰਘ ਜੀ ਕੌਂਕੇ, ਹਾਂ ਹਾਂ, ਜਥੇਦਾਰ ਅਕਾਲ ਤਖਤ ਸਾਹਿਬ, ਹਾਂ, ਦਾਸ ਨੂੰ ਵੀ ਉਹਨਾਂ ਨਾਲ ਜੇਲ੍ਹ ਵਿੱਚ ਕਾਫੀ ਸਮਾਂ ਉਹਨਾਂ ਨਾਲ ਰਹਿਣ ਦਾ ਮੌਕਾ ਮਿਲਿਆ, ਪਟਿਆਲਾ ਜੇਲ੍ਹ ਦੇ ਵਿੱਚ ਜੀ। ਉਹ ਜਿੱਦਾਂ 27 ਬਾਣੀਆਂ ਗੁਰਬਾਣੀ ਜਿਹੜੀ ਇਕੱਠ ਹੋਏ, ਹਾਂ, ਸਾਰਾ ਦਿਨ ਉਹ ਗੁਰਬਾਣੀ ਦਾ ਜਾਪ ਕਰਦੇ ਰਹਿਣ, ਹਾਂ, ਤੇ ਉਹਨਾਂ ਨੇ ਕਦੀ ਕੋਈ ਜੁਰਮ ਨਾ ਕੀਤਾ ਹੋਵੇ, ਉਹਨਾਂ ਨੂੰ ਪੁਲਿਸ ਜਿਨ੍ਹਾਂ ਨੇ ਚੁੱਕ ਕੇ ਤੇ ਉਹਨਾਂ ਨੂੰ ਲਾਪਤਾ ਕਰ ਦਿੱਤਾ ਹੈ। ਹਾਂ,
ਉਹ ਲੋਟ ਤੇ ਜਸਵੰਤ ਸਿੰਘ ਖਾਲੜਾ ਜੀ ਜਿਹੜੇ ਕਿ ਬੇਦੋਸ਼ ਜਿਹੜੇ ਲਾਸ਼ਾਂ ਹਨ ਉਹਨਾਂ ਦੀ ਲਵਾਰਸ ਲਾਸ਼ਾਂ ਦੀ ਜਿਹੜੀ ਪੜਤਾਲ ਕਰਦੇ ਸਨ ਇੱਕ ਉਹਨਾਂ ਨੇ ਆਪਣੀ ਖਾਲੜਾ ਮਿਸ਼ਨ ਕਮੇਟੀ ਬਣਾਈ ਤੇ ਉਹ ਸੱਚ ਦਾ ਪਤਾ ਲਾ ਰਹੇ ਸਨ, ਉਹਨਾਂ ਨੂੰ ਖੁਰਦ-ਬੁਰਦ ਕਰ ਦਿੱਤਾ। ਉਹਨਾਂ ਦਾ ਉਸ ਤੋਂ ਬਾਅਦ ਇਹ ਉਹਨਾਂ ਦੇ ਵਿੱਚ ਇਹ ਮੈਂ ਤੁਹਾਨੂੰ ਮੇਨ ਜਿਹੜੇ ਟੁਕੜੇ ਹੈਡਿੰਗ ਦਾ ਉਹਦਾ ਬਹੁਤ ਜ਼ਿਆਦਾ ਲਿਸਟ ਵੱਡੀ ਹੈ ਕੌਮ ਜਿਹੜੇ ਵਿੱਚ ਇਹਨਾਂ ਨੇ ਕੀਤਾ ਹੈ, ਪਰ ਜਿਹੜਾ ਉਸ ਤੋਂ ਬਾਅਦ ਦਵਿੰਦਰਪਾਲ ਸਿੰਘ ਭੁੱਲਰ ਦੀ ਦੇ ਪਿਤਾ ਜੀ ਉਹਦੇ ਮਾਸੜ ਜੀ ਜਿਹਨੂੰ ਪੁਲਿਸ ਵਾਲਿਆਂ ਨੇ ਪਤਾ ਕੀਤਾ, ਮੈਂ ਇੱਕ ਗੱਲ ਕਹਿਣਾ ਵੀ ਦੱਸੋ ਉਹ ਦੋਸ਼ੀ ਨੇ ਕਾਲੀ ਸੂਚੀ ਦੇ ਹੱਕਦਾਰ ਉਹ ਨੇ ਜਾਂ ਜਿਹੜੇ ਆਪਣੇ ਹੱਕ ਮੰਗਣ ਵਾਸਤੇ ਮੁਜ਼ਾਹਰੇ ਕਰਦੇ ਨੇ ਜਾਂ ਆਪਣੀ ਆਵਾਜ਼ ਨੂੰ ਉਠਾਉਂਦੇ ਨੇ ਕਾਲੀ ਸੂਚੀ 'ਚ ਉਹਨਾਂ ਲੋਕਾਂ ਨੂੰ ਸ਼ਾਮਲ ਕਰ ਦਿੱਤਾ ਜਿਨ੍ਹਾਂ ਨੇ ਆਪਣੇ ਹੱਕਾਂ ਦੀ ਮੰਗ ਤੇ ਆਪਣੇ ਨਿਆਂ ਦੀ ਗੱਲ ਕੀਤੀ। ਰਾਈਟ, ਠੀਕ ਹੈ। ਉਹ ਲੋਕ ਜਿਹੜੇ ਨੇ ਪੁਲਿਸ ਅਫਸਰ ਜਿਹੜੇ ਨੇ ਅੱਜ ਉਹ ਜੈਡ ਸੁਰੱਖਿਆ ਲੈ ਕੇ ਅੱਜ ਉਹਨਾਂ ਨੂੰ ਉੱਚੇ ਅਹੁਦਿਆਂ ਤੇ ਬਰਾਜਮਾਨ ਨੇ। ਕਾਲੀ ਸੂਚੀ ਤੇ ਉਹਨਾਂ ਲੋਕਾਂ ਦੀ ਬਣਨੀ ਚਾਹੀਦੀ ਹੈ, ਨਾ ਕਿ ਜਿਹੜੇ ਲੋਕ ਆਪਣੀਆਂ ਜਾਨਾਂ ਬਚਾ ਕੇ ਅੱਜ ਵੀ ਵਿਦੇਸ਼ਾਂ ਵਿੱਚ ਬਹਿ ਕੇ। ਪੰਜ ਰਥਾ ਸਾਹਿਬ ਇਹਦਾ ਤੁਸੀਂ ਇਹਦਾ ਕਾਰਨ ਕੀ ਸੋਚਦੇ ਹੋ, ਕਿਉਂ ਐਸਾ ਹੋ ਰਿਹਾ ਕਿ ਜਿਨ੍ਹਾਂ ਦੇ ਨਾਮ ਕਾਲੀ ਲਿਸਟ ਹੋਣੇ ਚਾਹੀਦੇ ਜਿਨ੍ਹਾਂ ਤੁਸੀਂ ਕਹਿ ਰਹੇ ਹੋ ਉਹ ਨਹੀਂ ਹੈ ਔਰ ਜਿਨ੍ਹਾਂ ਦੇ ਨਹੀਂ ਹੋਣੇ ਚਾਹੀਦੇ ਉਹਨਾਂ ਦੇ, ਇਹਦਾ ਤੁਸੀਂ ਕਾਰਨ ਕੀ ਸੋਚਦੇ ਹੋ, ਉਹਦਾ ਹੱਲ ਕੀ ਹੈ? ਇਹਦਾ ਡਾਕਟਰ ਸਾਹਿਬ ਕਾਰਨ ਇਹਦੇ ਵਿੱਚ ਦੱਸਣ ਵਾਲੀ ਗੱਲ ਹੀ ਕੋਈ ਨਹੀਂ। ਇਹ ਆਪਾਂ ਨੂੰ ਪਤਾ ਹੈ ਕਿ ਜਿਹੜੇ ਜਿਵੇਂ ਕਿ ਕੌਮ ਪਹਿਲੋਂ ਵੀ ਮੁਗਲਾਂ ਪਹਿਲਾਂ ਸ਼ੁਰੂ ਤੋਂ ਹੁੰਦਾ ਹੋਇਆ ਅੱਜ ਵੀ ਉਹ ਕੁਝ ਸਾਡੇ ਤੇ ਹਿੰਦੂ ਜਿਹੜੀ ਸਰਕਾਰ ਹੈ ਸੈਂਟਰ ਦੀ ਜਾਂ ਜਿਹੜਾ ਹਿੰਦੂ ਰਾਜ ਉਹ ਸਾਨੂੰ ਖਤਮ ਕਰਨਾ ਚਾਹੁੰਦਾ ਸਿੱਖਾਂ ਨੂੰ, ਤੇ ਸਾਡੀ ਕੋਈ ਉਹਨਾਂ ਦੀ ਜਿਹੜੀ ਕੱਠ ਪੁਤਲੀ ਹੈ ਉਹਨੂੰ ਬਣਾ ਦਿੰਦੇ ਨੇ ਉਹ, ਤੇ ਜਿਹੜੀ ਉਹਨਾਂ ਦੇ ਕਹਿ ਤੇ ਚੱਲਦੀ ਹੈ। ਤੇ ਇਹਦਾ ਹੱਲ ਕੀ ਹੋ ਸਕਦਾ? ਇਹਦਾ ਹੱਲ ਹੋਣਾ ਜਿਸ ਤਰ੍ਹਾਂ ਅੱਜ 26 ਸਾਲ ਬੀਤ ਗਏ ਨੇ ਆਪਣੇ ਘੱਲੂਘਾਰੇ ਨੂੰ, ਤੇ ਕੌਮ ਦੇ ਵਿੱਚ ਇੰਨੇ ਸਾਲਾਂ ਬਾਅਦ ਆਈ ਹੈ ਦੁਬਾਰਾ ਬੋਲੋ। ਪਹਿਲਾਂ ਸਾਡਾ ਹੀ ਕੌਮ ਪਹਿਲੋਂ ਤਾਂ ਸਾਡੇ ਕੋਲ ਡਾਕਟਰ ਸਾਹਿਬ ਪਹਿਲੇ ਨੰਬਰ ਤੇ ਕੋਈ ਮੀਡੀਆ ਨਹੀਂ ਸੀ ਹੈਗਾ। ਅੱਛਾ। ਜਿਹੜਾ ਤੇ ਜਿਵੇਂ ਕਿ ਪਹਿਲੋਂ ਰੇਡੀਓਆਂ ਤੇ ਪੰਜਾਬ ਰੇਡੀਓ ਤੇ ਸਾਡੀ ਗੱਲ ਹੁੰਦੀ ਰਹੀ, ਪਰ ਅੱਜ ਜਿਹੜੇ ਸਾਨੂੰ 2 ਚੈਨਲ ਸਾਡੇ ਕੋਲ ਸੰਗਤ ਟੀਵੀ ਜਿਹੜੇ ਚੈਨਲ ਨੇ ਜਿਹੜਾ ਵੀ ਵਧੀਆ ਕੌਮ ਦੀ ਗੱਲ ਕਰਦਾ ਸੀ ਉਹਦਾ ਵੀ ਬਹੁਤ ਧੰਨਵਾਦ ਕਰਨੇ ਆ। ਤੇ ਇਸ ਤਰ੍ਹਾਂ ਅਸੀਂ ਇਹਨੇ ਵੀ ਜਦੋਂ ਸਿੱਖ ਕੌਮ ਜਬੇ ਬਾਣ ਲੱਗੇ ਤਵੇ ਰੋਸ ਜਾਗਿਓ, ਤੇ ਇਸ ਤਰ੍ਹਾਂ ਹੁਣ ਕੌਮ ਦੇ ਵਿੱਚ ਜਾਗਰਤੀ ਆਵੇ, ਸੱਚੇ ਪਾਤਸ਼ਾਹ ਮਹਾਰਾਜ ਕਰਨ। ਇਹ ਨੇ ਜਿਹੜੇ ਦੁਸ਼ਟ ਨੇ ਜਿਨ੍ਹਾਂ ਨੇ ਸ਼ਹੀਦਾਂ ਦੇ ਉੱਤੇ ਹਿੱਕਾਂ ਦੇ ਉੱਤੇ ਅੱਜ ਕੁਰਸੀਆਂ ਢਾਹ ਕੇ ਬੈਠੇ ਨੇ ਬਰਾਜਮਾਨ ਹੋ ਕੇ, ਜੋ ਸਾਰੇ ਜਿਹੜੇ ਬੀਤੇ ਵਕਤ ਨੂੰ ਆਂਦੇ ਨੇ ਭੁੱਲ ਜਾਵੋ, ਤੇ ਉਹਨਾਂ ਨੂੰ ਸਾਰਾ ਕੁਝ ਭੁੱਲ ਕੇ ਉਹਨਾਂ ਦੁਸ਼ਮਣਾਂ ਦੇ ਨਾਲ ਅੱਜ ਫਿਰ ਉਹ ਯਾਰੀਆਂ ਪਾਈ ਬੈਠੇ ਨੇ ਉਹਨਾਂ ਪੁਲਿਸ ਅਫਸਰਾਂ ਦੇ ਜਿਨ੍ਹਾਂ ਕੋਲੋਂ ਉਹਨਾਂ ਸਾਡੇ ਨੌਜਵਾਨਾਂ ਨੂੰ ਮਰਵਾਇਆ। ਜੀ ਪੰਜ ਰਥਾ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਵੈਰੀ ਮਚ ਪੰਜ ਰਥਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਤੁਹਾਡਾ। ਹੋਵਾਂਗੇ ਤੇ ਸਾਡੀ ਜਿਹੜੀ ਇਹ ਅੱਗੋਂ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਦੀ ਕਾਲੀ ਸੂਚੀ ਸਾਡੇ ਲੋਕਾਂ ਦੀ ਨਹੀਂ, ਕਾਲੀ ਸੂਚੀ ਉਹਨਾਂ ਲੋਕਾਂ ਦੀ, ਪਰ ਸਾਨੂੰ ਇਹਨਾਂ ਨੇ ਉਲਟਾ ਜਾਣ ਕੇ ਕਾਲੀ ਸੂਚੀ ਵਿੱਚ ਫਸਾ ਕੇ ਸਾਡੀ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ। ਬਹੁਤ ਬਹੁਤ ਧੰਨਵਾਦ ਪੰਜ ਰਥਾ ਸਾਹਿਬ। ਸੋਢੀ ਸਾਹਿਬ ਮੈਂ ਤੁਹਾਡੇ ਕੋਲ ਸਵਾਲ ਪੁੱਛਦਾ, ਇੱਕ ਕਾਲੀ ਲਿਸਟ ਬਣਾਈ ਜਾਂਦੀ ਹੈ, ਕੁਝ ਸਿੰਘਾਂ ਦੇ ਨਾਂ ਉਹਦੇ ਵਿੱਚ ਬਣਾ ਦਿੱਤੇ ਜਾਂਦੇ ਆ, ਬਾਅਦ ਚੋਂ ਕੱਢ ਦਿੱਤੇ ਜਾਂਦੇ ਆ, ਤੁਹਾਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਹੀ ਵਿਅਕਤੀਆਂ ਦੇ ਨਾਮ ਕੱਢੇ ਜਾਂਦੇ, ਉਹਨਾਂ ਹੀ ਵਿਅਕਤੀਆਂ ਨੂੰ ਫਿਰ ਇਹ ਕਿਹਾ ਜਾਂਦਾ ਜਦੋਂ ਦੂਸਰੇ ਗੁਆਂਢੀ ਮੁਲਕ ਨੂੰ ਲਿਸਟ ਸੌਂਪੀ ਜਾਂਦੀ ਹੈ ਕਿ ਇਹ ਸਾਡੇ ਲਈ ਮੋਸਟ ਵਾਂਟਡ ਨੇ। ਇਸ ਮੱਦੇਨਜ਼ਰ ਤੁਸੀਂ ਕੀ ਸੋਚਦੇ ਹੋ ਕਿ ਇੱਕ ਗੁੰਮਰਾਹ ਕਰਨ ਦੀ ਬਾਰ-ਬਾਰ ਕੋਸ਼ਿਸ਼ ਹੁੰਦੀ ਹੈ? ਪੰਜ ਰਥਾ ਸਾਹਿਬ ਤੋਂ ਮੈਂ ਇਹਦਾ ਹੱਲ ਪੁੱਛਿਆ ਸੀਗਾ, ਉਹਦਾ ਹੱਲ ਤੁਸੀਂ ਕੀ ਸੋਚਦੇ ਹੋ, ਇਹ ਕੀ ਕਾਰਨ ਹੈ, ਕੀ ਹੋ ਕੀ ਰਿਹਾ? ਡਾਕਟਰ ਸਾਹਿਬ ਜਿਵੇਂ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਭਾਰਤ ਸਰਕਾਰ ਕਿਸੇ ਨਾ ਕਿਸੇ ਤਰੀਕੇ ਸਾਨੂੰ ਖਤਮ ਕਰਨਾ ਚਾਹੁੰਦੀ ਹੈ, ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੀ ਹੈ। ਕੀ ਹੱਲ ਇਹਦਾ? ਉਹਦਾ ਹੱਲ ਹੈ, ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜੀ ਇਹ ਗੱਲ ਦੱਸਾਂ, ਜਿਵੇਂ ਪੰਜ ਰਥਾ ਸਾਹਿਬ ਨੇ ਕੌਂਕੇ ਸਾਹਿਬ ਦੀ ਗੱਲ ਕੀਤੀ, ਆਪਾਂ ਪੰਜਾਬ ਰੇਡੀਓ ਤੇ ਵੀ ਗੱਲ ਕੀਤੀ, ਠੀਕ ਹੈ, ਕਿ ਬਰਨਾਲਾ ਸਰਕਾਰ ਬਣੀ, ਹਾਂਜੀ, 4 ਨੌਜਵਾਨ ਸ਼ਰੇਆਮ ਨਕੋਦਰ ਜਹਾਰ ਆਲਮ ਐਸਐਸਪੀ ਨੇ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤੇ। ਕਿਲੀ ਬੋਦਲੇ 28 ਪਰਿਵਾਰਾਂ ਦੇ ਬੱਚੇ ਵਿੱਚ 3-3 ਸਾਲ ਦੇ ਬੱਚੇ ਇਕੱਠੇ ਕਰਕੇ ਕਮਾਦ ਦੇ ਵਿੱਚ ਲਿਆ ਕੇ 28 ਲੋਕਾਂ ਨੂੰ ਜਿਉਂਦੇ ਸਾੜ ਦਿੱਤਾ। ਬਲਵਿੰਦਰ ਸਿੰਘ ਜਟਾਣਾ ਦਾ ਘਰ ਸਾੜ ਦਿੱਤਾ। ਸਿੰਘ ਸਾਹਿਬ ਗੁਰਦੇਵ ਸਿੰਘ ਕੌਂਕੇ ਜਿਹਨੂੰ ਉਹਨਾਂ ਨੇ ਕੋ ਕੇ ਸ਼ਹੀਦ ਕੀਤਾ, ਜਿਹੜਾ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ। ਸਾਡਾ ਜਥੇਦਾਰ ਵੀ ਉਸ ਭਾਰਤ ਦੇ ਅੰਦਰ ਸੁਰੱਖਿਅਤ ਨਹੀਂ ਸੀ, ਔਰ ਇਹਨਾਂ ਦਾ ਹੀ ਇੱਕ ਡੀਜੀਪੀ ਬੀਪੀ ਤਿਵਾੜੀ ਉਹਦੀ ਜਾਂਚ ਦੀ ਕਮੇਟੀ ਬਣਾਈ ਗਈ ਸੀ, ਠੀਕ ਹੈ। ਉਹਨੇ ਇੱਕ ਜਾਂਚ ਰਿਪੋਰਟ ਤਿਆਰ ਕੀਤੀ ਔਰ ਉਹਦੇ ਵਿੱਚ ਉਹਨੇ ਸ਼ਰੇਆਮ ਲਿਖਿਆ ਕਿ ਆਹ ਪੁਲਿਸ ਅਫਸਰ ਦੋਸ਼ੀ ਹੈ। ਪਰ ਪੰਜਾਬ ਸਰਕਾਰ, ਚਾਹੇ ਕਾਂਗਰਸ ਦੀ ਸਰਕਾਰ ਆਈ, ਅਕਾਲੀ ਦਲ ਦੀ ਸਰਕਾਰ ਆਈ, ਅਸੀਂ ਵਾਰ-ਵਾਰ ਮੰਗ ਕਰ ਰਹੇ ਹਾਂ ਕਿ ਤੁਹਾਡੇ ਇੱਕ ਪੰਜਾਬ ਦੇ ਅਫਸਰ ਨਹੀਂ ਹੈ, ਉਹ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਉਹਨੂੰ ਤੁਸੀਂ ਜਨਤਕ ਕਿਉਂ ਨਹੀਂ ਕਰਦੇ? ਜਿਵੇਂ ਪੰਜ ਰਥਾ ਸਾਹਿਬ ਨੇ ਗੱਲ ਕਹੀ ਕਿ ਕਾਲੀਆਂ ਸੂਚੀਆਂ ਤਾਂ ਉਹਨਾਂ ਦੀਆਂ ਬਣਨੀਆਂ ਚਾਹੀਦੀਆਂ, ਔਰ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਕਮਲਨਾਥ ਵਰਗੇ ਜਿਹੜੇ ਸਿਟਿੰਗ ਮਿਨਿਸਟਰ ਬਣੇ ਬੈਠੇ ਆ ਭਾਰਤ ਸਰਕਾਰ ਤੇ, ਇਜ਼ਹਾਰ ਆਲਮ ਸਾਡੇ ਸਿੱਖਾਂ ਦਾ ਕਾਤਲ ਹੈ, ਸਾਡੇ ਭਰਾਵਾਂ ਦਾ, ਸਾਡੇ ਨੌਜਵਾਨਾਂ ਦਾ,
ਉਹਨੂੰ ਇਹਨਾਂ ਨੇ ਹੁਣ ਜੇ ਰਿਟਾਇਰ ਹੋ ਗਿਆ ਤਾਂ ਵਕਫ ਬੋਰਡ ਦਾ ਚੇਅਰਮੈਨ ਲਾਤਾ, ਔਰ ਅੱਗੇ ਉਹ MLA ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ। ਔਰ ਇਹ ਜਿਹੜਾ ਇਹ ਸਾਡੀਆਂ ਸਰਕਾਰਾਂ ਦੀ ਗਿਣੀ ਮਿਥੀ ਸਾਜ਼ਿਸ਼ ਹੈ। ਹੱਲ ਇਹ ਹੈ ਕਿ ਕਾਲੀ ਸੂਚੀ, ਸਾਡੀ ਕਾਹਦੀ ਕਾਲੀ ਸੂਚੀ ਸੀ, ਅਸੀਂ ਕੀ ਗੁਨਾਹ ਕੀਤਾ, ਅਸੀਂ ਆਪਣਾ ਹੱਕ ਮੰਗ ਰਹੇ ਆ ਸਾਡੇ ਭਰਾ। ਤੁਹਾਨੂੰ ਪਤਾ ਤੁਹਾਡੇ ਲਈ ਸਾਜ਼ਿਸ਼ ਹੋ ਰਹੀ ਹੈ, ਪਰ ਸਾਜ਼ਿਸ਼ ਜੇ ਪਤਾ ਹੀ ਲੱਗ ਗਿਆ ਸਾਜ਼ਿਸ਼ ਹੈ ਤਾਂ ਫਿਰ ਤੁਸੀਂ ਤਾਂ ਹੱਲ ਕੀ ਸੋਚਦੇ ਹੋ? ਹੱਲ ਤਾਂ ਅਸੀਂ ਤਾਂ ਰੌਲਾ ਹੀ ਪਾ ਸਕਦੇ ਹਾਂ। ਸਰਕਾਰ ਉੱਥੇ ਮੌਕੇ ਦੀ ਸਰਕਾਰ ਹੈ, ਉਹ ਸਾਰੀਆਂ ਸਰਕਾਰਾਂ, ਸਾਰੀਆਂ ਏਜੰਸੀਆਂ, ਸਾਰਾ ਢਾਂਚਾ ਉਹਨਾਂ ਦਾ, ਉੱਥੇ ਮੀਡੀਆ ਨੂੰ ਉਹਨਾਂ ਨੇ ਮੁੱਠੀ ਦੇ ਵਿੱਚ ਕੀਤਾ ਹੋਇਆ ਹੈ। ਔਰ ਜਿਵੇਂ ਤੁਹਾਨੂੰ ਪਤਾ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 84 ਦੀ ਲੜਾਈ ਲੜ ਰਹੀ ਹੈ। ਔਰ ਇੱਕ ਪਾਸੇ ਤਾਂ ਅਸੀਂ ਲੜਾਈ ਲੜ ਰਹੇ ਹਾਂ ਕਿ ਕਮਲਨਾਥ ਜਿਹੜਾ ਸਾਡੇ ਸਿੱਖਾਂ ਦਾ ਕਾਤਲ ਹੈ, ਤੇ ਪਰਮਜੀਤ ਸਿੰਘ ਸਰਨਾ ਵਰਗੇ ਬੰਦੇ, ਜਾਂ ਅਕਾਲੀ ਦਲ, ਕਦੇ ਅਕਾਲੀ ਦਲ ਉਹਦੇ ਕੋਲ ਵਫਦ ਲੈ ਕੇ ਤੁਰਿਆ ਜਾ ਰਿਹਾ, ਕਦੇ ਜਗਦੀਸ਼ ਟਾਈਟਲਰ ਨੂੰ ਪ੍ਰਹਲਾਦ ਸਿੰਘ ਚੰਡੋਕ ਜਿਹੜਾ ਕਿ ਸਰੋਪਾ ਦੇ ਰਿਹਾ, ਤੇ ਥੋੜੇ ਦਿਨ ਪਹਿਲਾਂ ਤੁਸੀਂ ਵੇਖਿਆ ਕਿ ਪਰਮਜੀਤ ਸਿੰਘ ਸਰਨਾ ਉਹਦੇ ਕੋਲ ਵਫਦ ਲੈ ਕੇ ਗਿਆ। ਔਰ ਮੈਂ ਗੱਲ ਦੱਸ ਦੇਵਾਂ, ਅਸੀਂ ਬਿਲਕੁਲ ਵਿਰੋਧ ਕੀਤਾ। ਤੁਸੀਂ ਦੇਖੋ 5-7 ਦਿਨਾਂ ਦੀ ਉੱਥੇ ਵੀ ਕੀਤਾ, ਔਰ ਉਧਰ ਮੈਂ ਪੰਜਾਬ ਰੇਡੀਓ ਤੇ ਵੀ ਗੱਲ ਕੀਤੀ ਇਸ ਗੱਲ ਦੀ ਕਿ ਪਰਮਜੀਤ ਸਿੰਘ ਸਰਨਾ ਨੇ ਵਿਸ਼ਵ ਸਿੱਖ ਸੰਮੇਲਨ ਕੀਤਾ, ਉਹਦੇ ਵਿੱਚ ਸ਼ਰੇਆਮ ਇਹ ਗੱਲ ਉਹਨੇ ਸਟੇਜ ਤੇ ਕਹੀ ਕਿ ਕਮਲਨਾਥ ਦਾ ਕੇਸ ਹੁਣ ਅਸੀਂ ਲੜਾਂਗੇ। ਜਿਹੜਾ ਭਾਈ ਮੁਖਤਿਆਰ ਸਿੰਘ ਮੌਕੇ ਦਾ ਅੱਖੀਂ ਡਿੱਠਾ ਗਵਾਹ, ਉਹ ਸਰਨੇ ਦੀ ਸ਼੍ਰੋਮਣੀ ਕਮੇਟੀ ਦੇ ਵਿੱਚ ਸੈਕਟਰੀ ਹੈ। ਤੁਸੀਂ ਕਹਿੰਦੇ ਵਿਰੋਧ ਕੀਤਾ, ਕਿਸ ਕਿਸਮ ਦਾ ਵਿਰੋਧ ਕੀਤਾ? ਅਸੀਂ ਮੀਡੀਆ ਦੇ ਵਿੱਚ ਹੀ ਕਰ ਰਹੇ ਹਾਂ, ਮੀਡੀਆ ਨੂੰ ਖਬਰ ਹੀ ਦੇ ਰਹੇ, ਔਰ ਉਹਦਾ ਵਿਰੋਧ ਕਰ ਰਹੇ ਹਾਂ। ਔਰ ਇੱਥੋਂ ਤੱਕ ਕਿ ਸਰਨਾ ਇੱਕ ਜਿਹੜਾ ਗੁਰਦੁਆਰਾ, ਜੇ ਸ਼੍ਰੋਮਣੀ ਕਮੇਟੀ ਹੈ ਤੇ ਇਸੇ ਤਰ੍ਹਾਂ ਹੀ ਦਿੱਲੀ ਕਮੇਟੀ ਹੈ, 1 ਨਵੰਬਰ ਨੂੰ ਅਸੀਂ ਉੱਥੋਂ ਅਰਦਾਸ ਕਰਕੇ ਸਿੱਖਾਂ ਜਿਹੜੇ ਸ਼ਹੀਦਾਂ ਦੀ ਅਰਦਾਸ ਕਰਨ ਲਈ ਆਉਣੇ ਆ। 1 ਨਵੰਬਰ ਨੂੰ ਸਾਨੂੰ ਤਾਂ ਸਰਨੇ ਵਾਰੀ ਧੱਕੇ ਮਾਰ ਰਹੇ ਆ ਉੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰਾਂ ਨੂੰ, ਨੌਜਵਾਨਾਂ ਨੂੰ। ਔਰ ਉਸ ਦਿਨ ਸ਼ੀਲਾ ਦੀਕਸ਼ਤ ਨੂੰ ਉਹ ਦਿਨ ਚੁਣਿਆ ਜਾਂਦਾ ਕਿ ਜੇ ਲੰਗਰ ਦਾ ਹਾਲ ਦਾ ਉਦਘਾਟਨ ਕਰਾਇਆ ਜਾ ਰਿਹਾ, ਸ਼ੀਲਾ ਦੀਕਸ਼ਤ ਨੂੰ ਬੁਲਾ ਕੇ, ਔਰ ਲਵਲੀ ਵਰਗਿਆਂ ਨੂੰ ਉੱਥੇ ਸਨਮਾਨਿਤ ਕੀਤਾ ਜਾ ਰਿਹਾ, ਜਿਹੜੇ ਸਾਡੇ ਸਿੱਖਾਂ ਦੀ ਕਾਂਗਰਸ ਪਾਰਟੀ ਜਿਹੜੀ ਕਾਤਲ ਜਮਾਤ ਹੈ ਉਹਨਾਂ ਨੂੰ ਉੱਥੇ ਸਨਮਾਨਿਤ ਕੀਤਾ ਜਾ ਰਿਹਾ। ਔਰ ਇਹ ਜਿਹੜੇ ਪਹਿਲਾਂ ਵੀ ਉਹ ਭਾਈ ਸਾਹਿਬ ਨੇ ਕੀਤਾ ਸੀ ਕਿ ਇਹ ਲੋਕ ਜਿਹੜੇ ਉਹਨਾਂ ਨੂੰ ਸਰੋਪੇ ਦੇ ਰਹੇ ਆ। ਤੁਸੀਂ ਕਹਿੰਦੇ ਵਿਰੋਧ ਕੀਤਾ, ਤੁਹਾਡੇ ਵਿਰੋਧ ਦਾ ਪ੍ਰਤੀਕਰਮ ਕੀ ਹੋਇਆ? ਪ੍ਰਤੀਕਰਮ ਅਸੀਂ ਤਾਂ ਉਹਨਾਂ ਦਾ ਵਿਰੋਧ ਹੀ ਕਰ ਰਹੇ ਆ। ਉਹਦਾ ਪ੍ਰਤੀਕਰਮ ਕੀ ਹੈ ਹੋ ਸਕਦਾ ਕਿ ਮੌਕੇ ਤੇ ਸਰਕਾਰਾਂ ਦੇ ਨਾਲ ਰਲੇ ਹੋਏ ਬੰਦੇ ਆ, ਉਹਨਾਂ ਦੇ ਪਿੱਛੇ ਏਜੰਸੀਆਂ, ਉਹਨਾਂ ਦੇ ਨਾਲ ਜੈਡ ਸੁਰੱਖਿਆ, ਔਰ ਪੂਰੇ ਗੁਰਦੁਆਰਿਆਂ ਤੇ ਪੂਰੀਆਂ ਗੋਲਕਾਂ ਤੇ ਕਬਜ਼ਾ ਉਹਨਾਂ ਦਾ। ਔਰ ਉਹਨਾਂ ਨੇ ਪੂਰਾ ਆਪਦੇ ਸਿਸਟਮ ਨੂੰ, ਜਿਵੇਂ ਭਾਈ ਸਾਹਿਬ ਹੁਣੇ ਬੋਲ ਕੇ ਗਏ ਆ, ਜਿਹੜਾ ਕੋਈ ਆਵਾਜ਼ ਉਠਾਉਣ ਦੀ ਗੱਲ ਕਰਦਾ ਉਹਨੂੰ ਤਾਂ ਜੋ ਸਾਡਾ ਖਾਲੜੇ ਦਾ ਹਾਲ ਹੋਇਆ ਤੁਹਾਨੂੰ ਪਤਾ ਹੀ ਹੈ, ਜੋ ਗੁਰਦੇਵ ਸਿੰਘ ਕੌਂਕੇ ਦਾ ਹੋਇਆ, ਜਾਂ ਜੋ ਸਾਡੇ ਭਰਾਵਾਂ ਦਾ ਹੋਇਆ, ਸਾਡਾ ਉਹਦਾ ਪ੍ਰਤੀਕਰਮ ਤੇ ਇਹ ਹੋਣਾ। ਹੁਣ ਵਾਰੀ ਸਾਡੀ ਹੈ, ਅਸੀਂ ਸ਼ਰੇਆਮ ਰੋਜ਼ ਹੀ ਗੱਲ ਕਹਿੰਦੇ ਆ ਕਿ ਵਾਰੀ ਸਾਡੀ ਹੈ ਜੀ। ਅਗਲੀ ਕਾਲਰ ਵੱਲ ਚਲਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਹੋ? ਹੈਲੋ, ਆਪ ਜੀ ਦੀ ਲਾਈਨ ਲੱਗੀ ਹੈ, ਆਪ ਬੋਲੋ। ਵਾਰੀ ਸਾਡੀ ਹੈ, ਇਸ ਗੱਲ ਨੂੰ ਸੋਚ ਕੇ ਤੁਸੀਂ ਚੱਲੇ ਹੋ। ਇਹ ਤਾਂ ਇੱਕ ਬੜੀ ਖੂਬਸੂਰਤ ਜਜ਼ਬਾ ਹੈ, ਕੁਰਬਾਨੀ ਦਾ ਜਜ਼ਬਾ ਹੈ। ਮੈਂ ਬੇਨਤੀ ਕੀਤੀ ਸੀ ਕਿ ਤੁਸੀਂ ਜਿਹੜਾ ਰੋਸ ਕਰਦੇ ਹੋ ਜਾਂ ਵਿਰੋਧ ਕਰਦੇ ਹੋ, ਉਹਦਾ ਕੋਈ ਪ੍ਰਤੀਕਰਮ ਆਮ ਪਬਲਿਕ ਦੇ ਵਿੱਚ ਕੀ ਹੁੰਦਾ, ਕੀ ਕਾਰਨ ਹੈ ਕਿ ਤੁਸੀਂ ਹੁਣ ਉਹ ਜਿਹੜੇ, ਚਾਹੇ ਸ਼੍ਰੋਮਣੀ ਕਮੇਟੀ ਹੈ ਚਾਹੇ ਦਿੱਲੀ ਕਮੇਟੀ ਹੈ, ਜਿਹੜੇ ਲੋਕਾਂ ਦੀਆਂ ਵੋਟਾਂ ਲੈ ਕੇ ਗੋਲਕਾਂ ਉੱਪਰ ਕਬਜ਼ਾ ਕਰਕੇ ਬੈਠੇ ਨੇ, ਕੀ ਕਾਰਨ ਹੈ ਕਿ ਉਹੀ ਲੋਕ ਤੁਹਾਡੇ ਪਿੱਛੇ ਨਹੀਂ ਆਏ, ਜਦ ਕਿ ਤੁਸੀਂ ਆਪਣੇ ਆਪ ਨੂੰ ਬਾਰ-ਬਾਰ ਸੱਚੇ ਸੁੱਚੇ ਆਖਦੇ ਹੋ? ਨਹੀਂ, ਅਸੀਂ ਆਉਣ ਦਾ ਕਾਰਨ ਇਹ ਹੈ ਕਿ ਹਰ ਜਿਹੜਾ ਸਿੱਖ ਹੈ, ਚਾਹੇ ਉਹ ਕਿਤੇ ਉਹ ਵੇਸਲੇ ਹੋ ਚੁੱਕੇ ਲੋਕ ਆ, ਆਪਣੇ ਕੰਮਾਂ ਕਾਰਾਂ ਦੇ ਨਾਲ ਰੋਜ਼ਮਰਾ ਦੀ ਜ਼ਿੰਦਗੀ ਆ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ, ਇੱਕ ਪਾਸੇ ਤੁਸੀਂ ਕਹਿੰਦੇ ਹੋ, ਸੰਘਾ ਸਾਹਿਬ ਨੇ ਵੀ ਕਿਹਾ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਖੱਟਿਆ ਆਏ ਆ, ਖਾਲੜਾ ਸਾਹਿਬ ਨੇ ਕਿਹਾ ਕਿ ਕੌਮ ਦੇ ਵਿੱਚ ਜਾਗਰਤੀ ਆਈ ਹੈ। ਉਹ ਜਾਗਰਤੀ ਫਿਰ ਕੀ ਸਿੱਖ ਬਣਨ ਦੇ ਵਿੱਚ ਜਾਗਰਤੀ ਆਈ ਹੈ, ਚੰਗੇ ਵਿਅਕਤੀ ਚੁਣਨ ਦੇ ਵਿੱਚ ਜਾਗਰਤੀ ਨਹੀਂ ਆਈ? ਸੰਘਾ ਸਾਹਿਬ ਤੁਸੀਂ ਇਹਦਾ ਕੀ ਜਵਾਬ ਦਿਓਗੇ? ਤੁਸੀਂ ਇੱਕ ਐਜੂਕੇਸ਼ਨਿਸਟ ਹੋ, ਜਾਗਰਤੀ ਦੀ ਗੱਲ ਤੁਸੀਂ ਵੀ ਕੀਤੀ ਹੈ, ਮਤਲਬ ਸਾਨੂੰ ਚੰਗਾ ਲੀਡਰ ਚੁਣਨ ਦੀ ਜਾਗਰਤੀ ਨਹੀਂ ਆਈ, ਹੋਰ ਕਿਸ ਕਿਸਮ ਦੀ ਜਾਗਰਤੀ ਸੀ ਚਾਹੁੰਦੇ? ਦੇਖੋ, ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਸਿੱਖ ਧਰਮ, ਸਿੱਖ ਇਤਿਹਾਸ ਜੀ, ਸਿੱਖ ਫਲਸਫਾ ਤੇ ਜੋ ਸਿੱਖੀਜ਼ਮ ਸਾਨੂੰ ਸਿਖਾਉਂਦੀ ਹੈ ਜੀ, ਉਸ ਮੁਤਾਬਕ ਆਪਣਾ ਅਸੀਂ ਵਿਅਕਤੀਗਤ ਜਿਹੜਾ ਚਰਿੱਤਰ ਆ ਤੇ ਕੌਮੀ ਚਰਿੱਤਰ ਆ ਤੇ ਜਥੇਬੰਦੀ ਦਾ ਚਰਿੱਤਰ ਨਹੀਂ ਢਾਲਦੇ ਤੇ ਸਾਡੇ ਵਿੱਚ ਜਿਹੜੀਆਂ ਖਾਮੀਆਂ ਆ ਉਹਦੇ ਜਿਹੜੇ ਖਮਿਆਜ਼ੇ ਆਪਾਂ ਨੂੰ ਭੁਗਤਣੇ ਪੈਣੇ ਆ। ਫਿਰ ਜਾਗਰਤੀ ਕਿਸ ਕਿਸਮ ਦੀ ਆਈ? ਤੇ ਜਾਗਰਤੀ ਜਿਹੜੀ ਆਈ ਹੈਗੀ ਆ ਉਹਦੇ ਵਿੱਚ ਮੋਟੇ ਤੌਰ ਤੇ ਇੱਥੇ ਤਾਂ ਲਿਮਟਿਡ ਹੈਗੀ ਹੈ ਕਿ ਹਰ ਸਿੱਖ ਆਪਣੇ ਤੌਰ ਤੇ, ਆਪਣੇ ਪਰਿਵਾਰਕ ਤੌਰ ਤੇ ਕਹਿ ਲਓ ਕਿ ਚੜ੍ਹਦੀ ਕਲਾ 'ਚ ਹੈ, ਪਰ ਪੰਥਕ ਤੌਰ ਤੇ ਜਿਹੜੀ ਵੋਟ ਤੁਸੀਂ ਪਾਣੀ ਹੈ ਉਹ ਤੇ ਆਪਣੇ ਤੌਰ ਤੇ ਪਾਣੀ ਹੈ, ਆਪਣੇ ਤੌਰ ਤੇ ਪਾਉਣੀ ਹੈ। ਤੇ ਜੇ ਤੁਹਾਡੀ ਆਪਣੇ ਤੌਰ ਤੇ ਚੜ੍ਹਦੀ ਕਲਾ, ਤੇ ਫਿਰ ਪੰਥਕ ਤੌਰ ਪਰ ਉਹੀ ਵਿਅਕਤੀ ਕਿਉਂ ਕਾਬਜ਼ ਹੁੰਦੇ ਨੇ ਜਿਹੜੇ ਤੁਹਾਡੀ ਗੋਲਕਾਂ ਲੁੱਟਦੇ ਨੇ? ਹਾਂ, ਇਹ ਹੈਗਾ ਕਿ ਆਪਣੀ ਆਇਡੈਂਟੀ ਤੁਸੀਂ ਆਪਣੇ ਨੂੰ ਪਰਸੀਵ ਕਿਵੇਂ ਕਰਦੇ ਹੋ ਪੰਥਕ ਤੌਰ ਤੇ। ਗੁਰੂ ਗ੍ਰੰਥ ਸਾਹਿਬ ਵਿੱਚ ਪੰਥ ਇੱਕ ਰਸਤਾ ਆ, ਕੌਮੀ ਆਪਾਂ ਇਹਨਾਂ ਨੂੰ ਕਨਸੈਪਟ ਇਹਨਾਂ ਦਹਾਕਿਆਂ ਦੇ ਵਿੱਚ ਦਿੱਤਾ ਹੈਗਾ ਕਿ ਪੰਥਕ ਜਦ ਜਾਗਰਤੀ ਤਾਂ ਕੌਮੀ ਰਸਤੇ ਤੇ ਚੱਲਣ ਦੀ ਆਈ ਹੈ, ਕੌਮੀ ਰਸਤੇ ਤੇ ਆਈ ਹੈ।
ਉਹਦੇ ਵਿੱਚ ਸਾਰਿਆਂ ਤੋਂ ਵੱਡੀ ਗੱਲ ਇਹ ਹੈਗੀ, ਤੁਸੀਂ ਮਿਸਾਲ ਤੌਰ ਤੇ 2-4 ਗੱਲਾਂ ਇਕੱਠੀਆਂ ਆਪਾਂ ਕਰਕੇ ਇਹਨਾਂ ਨਾਲ ਵਿਚਾਰ ਕੀਤੀ। ਸੋਢੀ ਸਾਹਿਬ ਉੱਥੇ ਡੇ ਟੂ ਡੇ ਐਕਟੀਵਿਟੀ ਦੇ ਆਪਣੇ ਨਾਲੋਂ ਜ਼ਿਆਦਾ ਵਾਕਫ ਨੇ, ਉੱਥੇ ਵਿਚਰਦੇ ਨੇ, ਪਰ ਆਪਣੀ ਦੂਰ ਤੋਂ ਇੱਕ ਕਿਸਮ ਦੀ ਆਬਜ਼ਰਵੇਸ਼ਨ ਹੈਗੀ ਹੈ। ਮੈਂ ਆਬਜ਼ਰਵ ਕੀਤਾ ਕਿ ਉੱਥੇ ਇੱਕ ਬੈਠਕ ਦੇ ਵਿੱਚ ਬਹੁਤ ਉੱਪਰਲੀ ਸਤਹ ਦੇ ਪੰਜਾਬ ਦੀ ਲੀਡਰਸ਼ਿਪ ਨਾਲ ਗੱਲ ਹੋ ਰਹੀ ਸੀ ਜੀ। ਉਹਨਾਂ ਨੂੰ ਮੈਂ ਇਹ ਸਵਾਲ ਕੀਤਾ ਕਿ ਤੁਸੀਂ ਕੀ ਕਾਰਨ ਹੈ ਜਿਹੜੀ ਵਿਦੇਸ਼ਾਂ ਦੇ ਵਿੱਚ ਸਿੱਖ ਲੀਡਰਸ਼ਿਪ ਆ ਕਿਸੇ ਵੀ ਉਹ ਜਥੇਬੰਦੀ ਨਾਲ ਜਾਂ ਪ੍ਰਤੀਕਰਮ ਦੇ ਨਾਲ ਜਾਂ ਵਿਚਾਰਧਾਰਾ ਦੇ ਨਾਲ ਜਾਂ ਪਹਿਲੂ ਦੇ ਨਾਲ ਉਹ ਸਮਰਥਨ ਰੱਖਦੇ ਆ, ਉਹਨਾਂ ਨਾਲ ਤੁਹਾਡਾ ਅਲਾਈਅੰਸ ਕਿਉਂ ਨਹੀਂ ਬਣਦਾ? ਤੇ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਵਿਚਾਰ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਸੁਣਦੇ ਹਾਂ, ਆਮ ਤੌਰ ਤੇ ਪਹਿਲਾਂ ਤਾਂ ਗੁਰਦੁਆਰਿਆਂ ਦੇ ਵਿੱਚ ਜਾਂ ਬੈਠਕਾਂ ਦੇ ਵਿੱਚ ਜਿਹੜਾ ਗੱਲ ਕਰਨ ਦਾ ਤਰੀਕਾ ਵੀ ਹੁੰਦਾ, ਸਵਾਲ ਕਰਨ ਦਾ ਤਰੀਕਾ, ਉਹ ਸਾਨੂੰ ਦੋਸ਼ੀ ਸਮਝਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਜੋ ਚੰਗਾ ਮਾੜਾ ਹੋਇਆ ਉਹਦੇ ਅਸੀਂ ਦੋਸ਼ੀ ਹਾਂ। ਇਹ ਮੰਨਦੇ ਆ ਵੀ ਜੇ ਸਾਡੇ ਪਾਸ ਰਾਜ ਹੈਗਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈਗਾ ਤੇ ਦੋਸ਼ ਸਾਨੂੰ ਆਉਣਾ, ਇਸ ਗੱਲ ਨੂੰ ਵੀ ਅਸੀਂ ਮੰਨਦੇ ਆ। ਪਰ ਜੇ ਅਗਰ ਸਾਡੇ ਨਾਲ ਕੋਈ ਅਲਾਈਅੰਸ ਕਰਨਾ ਹੈਗਾ ਤੇ ਉਹਦੇ ਵਿੱਚ ਸਾਡੀ ਗੱਲ ਉਹਨਾਂ ਨੂੰ ਸਮਝਣ ਦੀ ਲੋੜ ਆ ਤੇ ਸਾਨੂੰ ਉਹਨਾਂ ਦੀ ਭਾਵਨਾ ਸਮਝਣ ਦੀ ਲੋੜ ਆ। ਕਾਲੀਆਂ ਸੂਚੀਆਂ ਦੇ ਨਾਲ ਇਹ ਗੱਲ ਵੀ ਮਿਲਦੀ ਹੈਗੀ ਕਿਸੇ ਹੱਦ ਤੱਕ, ਜਿਹੜੀ ਆਪਣੇ ਉਹ ਲਿਸਟਾਂ ਹੈਗੀਆਂ, ਜਿਹੜੇ ਆਪਣੇ ਲੀਡਰ ਵਿਦੇਸ਼ਾਂ ਦੇ ਵਿੱਚ ਵਿਚਰਦੇ, ਚਾਹੇ ਉਹ ਕਿਸੇ ਵੀ ਮੁਲਕ ਦੇ ਵਿੱਚ ਹੈਗੇ ਆ, ਅਗਰ ਉਹਨਾਂ ਦਾ ਨਾਮ ਲਿਸਟ ਦੇ ਵਿੱਚ ਹੈਗਾ, ਉਹ ਗਵਰਨਮੈਂਟ ਨੇ ਕੱਢਤਾ ਜਾਂ ਵੇਚਿਆ, ਉਹ ਇਸ ਵੇਲੇ ਆਪਣਾ ਜਿਹੜਾ ਸਾਰਾ ਅਲਾਈਅੰਸ ਆ ਪੋਲੀਟੀਕਲ ਪੰਜਾਬ ਦੇ ਵਿੱਚ ਕਿਉਂ ਨਹੀਂ ਇਹ ਤਾਲਮੇਲ ਨਜ਼ਦੀਕੀ ਕਰਦੇ? ਉਹੀ ਬੇਨਤੀ ਕਰ ਰਹੇ ਸੰਗਾ ਸਾਹਿਬ, ਜਦ ਤੁਸੀਂ ਕਹਿੰਦੇ ਜਾਗਰਤੀ ਆਈ ਹੈ ਤਾਂ ਜਾਗਰਤੀ ਵਾਲੀ ਕੀ ਗੱਲ ਕਿ ਤੁਹਾਡੇ ਅੰਦਰ ਸਿਰਫ ਇਹੀ ਜਾਗਰਤੀ ਆਈ ਵੀ ਅਸੀਂ ਕੇਸਦਾਰੀ ਰੱਖਣੀ? ਨਹੀਂ, ਦੇਖੋ ਜਾਗਰਤੀ ਜਾਂ ਅਸੀਂ 10 ਗੁਰੂ ਆਇਡੈਂਟੀ ਦੀ ਜਾਗਰਤੀ ਆਈ ਹੈ, ਪਰ ਪੋਲੀਟੀਕਲ ਜਿਹੜਾ ਐਕਸ਼ਨ ਹੈ ਉਹਦੀ ਜਾਗਰਤੀ ਨਹੀਂ ਆਈ। ਮੈਂ ਸਮਝਦਾ ਕਿ ਉਹਦੀ ਜਾਗਰਤੀ ਇਸ ਰੂਪ ਦੇ ਵਿੱਚ ਆਈ ਹੈਗੀ ਹੈ ਕਿ ਕੈਨੇਡਾ ਦੇ ਵਿੱਚ ਉੱਥੇ ਦੀ ਕੇਂਦਰੀ ਵਜ਼ਾਰਤ ਤੱਕ ਆਪਣੀ ਨੁਮਾਇੰਦਗੀ ਬਣ ਗਈ ਜੀ। ਮੈਂ ਸਮਝ ਗਿਆ। ਇੱਥੇ ਜਾਗਰਤੀ ਆਈ ਹੈ ਕਿ ਆਪਣੀਆਂ ਕੌਂਸਲਾਂ ਤੋਂ ਲੈ ਕੇ ਨੈਸ਼ਨਲ ਆਪਣੇ ਰਿਪਰੈਜ਼ੈਂਟੇਸ਼ਨ ਬਣ ਰਹੀ ਹੈ ਨਾ, ਉਹ ਤਾਂ ਠੀਕ ਹੈ, ਸਾਡੇ ਐਮਪੀਸ ਬਣੇ ਆ ਬਾਹਰ ਵਿਦੇਸ਼ਾਂ ਦੇ ਵਿੱਚ ਬਣੇ, ਅਮਰੀਕਾ ਕੈਨੇਡਾ ਦੇ ਵਿੱਚ, ਲੇਕਿਨ ਜਿਹੜੀਆਂ ਸਾਡੀਆਂ ਸ਼੍ਰੋਮਣੀ ਕਮੇਟੀਆਂ ਨੇ ਉੱਥੇ ਵੀ ਤਾਂ ਇੱਕ ਚੋਣ ਸਿਸਟਮ ਹੈ ਨਾ। ਅਸੀਂ ਵਿਦੇਸ਼ਾਂ ਵਿੱਚ ਜਾ ਕੇ ਤਾਂ ਐਮਪੀ ਬਣਾ ਲਏ ਆਪਣੇ, ਲੇਕਿਨ ਆਪਣੇ ਉਹ ਸੁਚੱਜੇ ਵਿਅਕਤੀ ਨਹੀਂ ਚੁਣ ਸਕੇ। ਸੋਢੀ ਸਾਹਿਬ, ਤੁਹਾਡੇ ਕੋਲ ਮੈਂ ਸਵਾਲ ਪੁੱਛਾਂਗਾ ਕਿ ਪੋਲੀਟੀਕਲ, ਕਿਉਂਕਿ ਸੰਘਾ ਸਾਹਿਬ ਨੇ ਕਿਹਾ ਕਿ ਸਾਡੇ ਧਾਰਮਿਕ ਤੌਰ ਪਰ ਜਾਗਰਤੀ ਆਈ ਹੈ, ਲੇਕਿਨ ਸਿਆਸੀ ਤੌਰ ਪਰ ਅਜੇ ਵੀ ਅਸੀਂ ਜਾਗਰੂਕ ਨਹੀਂ ਹੋਏ। ਇਸ ਸਵਾਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ, ਮੈਂ ਤੁਹਾਡੇ ਕੋਲ ਜਵਾਬ ਪੁੱਛਾਂਗਾ। ਆਪਾਂ ਇੱਕ ਕਾਲਰ ਵੱਲ ਜਾਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਆਪਣਾ ਰੇਡੀਓ ਟੈਲੀਵਿਜ਼ਨ ਪਿੱਛੋਂ ਹੌਲੀ ਕਰ ਦੇਣਾ ਜਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੌਣ ਬੋਲਦੇ ਹੋ? ਮੈਂ ਰਣਧੀਰ ਸਿੰਘ ਬੋਲ ਰਿਹਾ। ਹਾਂਜੀ, ਆਪ ਜੀ ਦਾ ਕੁਐਸਚਨ ਕੀ ਹੈ? ਮੇਰਾ ਕੁਐਸਚਨ ਇੱਕ ਜੀ, ਮੈਂ ਥੋੜੀ ਜਾਣਕਾਰੀ ਦੇਣੀ ਚਾਹੁੰਦਾ ਸੀ। ਜਰੂਰ। ਕਾਲੀ ਸੂਚੀ ਦੀ ਗੱਲ ਕਰ ਰਹੇ ਹੋ, ਇੱਕ ਵਾਰੀ 10 ਨੂੰ ਮੌਕਾ ਮਿਲਿਆ ਸੀ, ਮੇਰੇ ਖਿਆਲ ਸੰਨ 2000 ਦੀ ਗੱਲ ਹੈ। ਹਾਂ, ਜਿਸ ਵੇਲੇ ਪੰਜਾਬ ਵਿੱਚ ਅਕਾਲੀ ਸਰਕਾਰ ਸੀ ਪਹਿਲਾਂ ਜੀ, ਤੇ 10 ਦਾ ਸੰਬੰਧ NRI ਸਭਾ ਨਾਲ ਸੀ। NRI ਸਭਾ ਦੇ ਕੋਲ ਅਸੀਂ ਦਿਲ ਤੱਕ ਇਹਦੇ ਬਾਰੇ ਇੱਕ ਵਾਰੀ ਗੱਲ ਕੀਤੀ। ਰਣਧੀਰ ਸਿੰਘ ਸਾਹਿਬ, ਤੁਹਾਡੀ ਆਵਾਜ਼ ਠੀਕ ਨਹੀਂ ਆ ਰਹੀ, ਤੁਸੀਂ ਮੋਬਾਈਲ ਫੋਨ ਤੋਂ ਗੱਲ ਕਰ ਰਹੇ ਹੋ? ਹੈਲੋ, ਤੁਸੀਂ ਮੋਬਾਈਲ ਫੋਨ ਤੋਂ ਗੱਲ ਕਰ ਰਹੇ ਹੋ? ਤੁਹਾਡੀ ਆਵਾਜ਼ ਕੱਟ ਕੇ ਆ ਰਹੀ, ਤੁਸੀਂ ਮੋਬਾਈਲ ਫੋਨ ਤੋਂ ਗੱਲ ਕਰ ਰਹੇ ਹੋ? ਤੁਸੀਂ ਪਲੀਜ਼ ਲੈਂਡਲਾਈਨ ਤੋਂ ਗੱਲ ਕਰੋ, ਮੋਬਾਈਲ ਤੋਂ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ, ਪਲੀਜ਼। ਨਹੀਂ ਜੀ, ਆਵਾਜ਼ ਸੁਣਾਈ ਨਹੀਂ ਦੇ ਰਹੀ। ਮੈਂ ਉਹੀ ਬੇਨਤੀ ਕਰ ਰਿਹਾ ਕਿ ਤੁਸੀਂ ਮੋਬਾਈਲ ਫੋਨ ਤੋਂ ਗੱਲ ਕਰ ਰਹੇ ਹੋ, ਇਸ ਕਰਕੇ ਆਵਾਜ਼ ਨਹੀਂ। ਤੁਸੀਂ ਕਿਰਪਾ ਕਰਿਓ ਲੈਂਡਲਾਈਨ ਤੋਂ ਫੋਨ, ਤੁਸੀਂ ਲੈਂਡਲਾਈਨ ਤੋਂ ਫੋਨ ਕਰਿਓ ਪਲੀਜ਼। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਮੈਂ ਇੱਕ ਗੱਲ ਨੁਕਤਾ ਕਲੀਅਰ ਕਰਦੇ ਹਾਂ ਕਿ ਰਾਜਨੀਤਿਕ ਤੌਰ ਤੇ ਜਿਹੜੀ ਜਾਗਰਤੀ ਹੈ ਨਾ ਜੀ, ਉਹ ਬਹੁਤ ਲੋ ਲੈਵਲ ਜਾਗਰਤੀ ਹੈਗੀ ਹੈ, ਉਹ ਸਿਰਫ ਨਾਰਿਆਂ ਤੇ ਸੀਮਿਤ ਹੈਗੀ ਹੈ। ਮਤਲਬ ਬਹੁਤ ਥੱਲੇ ਹੈ, ਯਾਨੀ ਕਿ ਅਸੀਂ ਸਮਝ ਲਿਆ ਕਿ ਅਸੀਂ ਜਿੰਦਾਬਾਦ ਦੇ ਨਾਰੇ ਲਾਤੇ ਤੇ ਸਾਡਾ ਮਕਸਦ ਪੋਲੀਟੀਕਲ, ਜਾਂ ਇਹ ਵੀ ਕਹਿ ਲਓ ਕਿ ਆਪਾਂ ਡੈਮੋਨਸਟ੍ਰੇਸ਼ਨ ਕਰ ਲਈਆਂ, ਕਾਨਫਰੰਸਾਂ ਕਰ ਲਈਆਂ, ਮੀਟਿੰਗਾਂ ਕਰ ਲਈਆਂ, ਜਾਂ ਸੜਕਾਂ ਤੇ ਰੋਸ ਮਾਰਚ ਕਰ ਲਿਆ, ਉਹਦਾ ਇੰਪੈਕਟ ਹੈ ਪਰ ਲਿਮਟਿਡ ਹੈ। ਉਹ ਤਾਂ ਆਪਣੀ ਸ਼ਰਧਾ ਭਾਵਨਾ ਹੈਗੀ ਨਾ, ਉਹਦੇ ਮੁਤਾਬਕ ਉਹ ਤਾਂ ਗੱਲ ਬਿਲਕੁਲ ਤੁਸੀਂ ਸਮਝ ਗਿਆ। ਮਤਲਬ ਜਦੋਂ ਤੱਕ ਤੁਹਾਨੂੰ ਚੰਗਾ ਸੁਚੱਜਾ ਵਿਅਕਤੀ ਜਾਂ ਇੱਕ ਵਿਅਕਤੀ ਤਾਂ ਚੁਣਨ ਦੀ ਵਾਰੀ ਆਈ, ਉਦੋਂ ਤੁਸੀਂ ਬਿਲਕੁਲ ਨੈਗੇਟਿਵ ਹੋ ਗਏ, ਯਾਨੀ ਕਿ ਉਦੋਂ ਤੁਹਾਨੂੰ ਸਮਝ ਨਹੀਂ ਲੱਗੀ ਕਿ ਕਿਹੜੇ ਵਿਅਕਤੀ ਨੂੰ ਅਸੀਂ ਚੁਣੀਏ ਜਿਹੜਾ ਸਾਡੀ ਸੰਭਾਲ ਕਰ ਸਕੇ ਸਾਡੇ ਗੁਰਧਾਮਾਂ ਦੀ। ਮੈਂ ਇਹੀ ਗੱਲ ਤੁਹਾਡੇ ਕੋਲ ਪੁੱਛਣਾ ਚਾਹਿਆ ਸੀਗਾ ਕਿ ਠੀਕ ਹੈ, ਜਿੱਦਾਂ ਸੰਘਾ ਸਾਹਿਬ ਨੇ ਕਿਹਾ ਇੱਥੇ ਅਵੇਅਰਨੈਸ ਹੈ, ਇੱਥੇ ਆਪਾਂ ਚੰਗੇ ਐਮਪੀ ਚੁਣ ਲਏ ਚੰਗੇ, ਲੇਕਿਨ ਜਿੱਥੋਂ ਤੱਕ ਅਸੀਂ ਗੱਲ ਕਰ ਰਹੇ ਹਾਂ ਆਪਣੇ ਧਰਮ ਦੀ, ਸਾਡਾ ਸੰਬੰਧ ਸਾਡੇ ਧਰਮ ਨਾਲ ਹੈ। ਕੀ ਕਾਰਨ ਹੈ ਕਿ ਤੁਸੀਂ ਇੱਕ ਐਸੀ ਸਿੱਖ ਸਟੂਡੈਂਟ ਫੈਡਰੇਸ਼ਨ ਜਥੇਬੰਦੀ ਨਾਲ ਸਰਬੰਧ ਦੇ ਜਨਰਲ ਸਕੱਤਰ ਹੋ, ਜਿਹੜੀ ਕਿ ਦੋਨਾਂ ਪੱਖਾਂ ਤੋਂ ਵਿਚਰਦੀ ਹੈ, ਚਾਹੇ ਧਾਰਮਿਕ ਪੱਖ ਹੈ ਜਾਂ ਸਿਆਸੀ ਪੱਖ ਹੈ? ਕੀ ਕਾਰਨ ਹੈ ਕਿ ਪੰਜਾਬ ਦੇ ਬੰਦਿਆਂ ਨੂੰ ਤੁਸੀਂ ਇਸ ਪੱਖੋਂ ਅਵੇਅਰ ਨਹੀਂ ਕਰ ਸਕੇ?
ਨਹੀਂ, ਉਹਦੇ ਵਿੱਚ ਇਹ ਹੈ ਕਿ ਡਾਕਟਰ ਸਾਹਿਬ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੈ ਉਹਨੇ ਸਿਆਸੀ ਜਮਾਤ ਵਜੋਂ ਤਾਂ ਕਦੇ ਨਹੀਂ ਵਿਚਰੇ, ਔਰ ਇੱਕ ਧਾਰਮਿਕ ਤੌਰ ਤੇ ਔਰ ਸਿੱਖ ਮਸਲਿਆਂ ਨੂੰ ਹਮੇਸ਼ਾ ਚੱਕਿਆ। ਪਰ ਚਲੋ ਮੈਂ ਮੰਨ ਲੈਣਾ ਤੁਹਾਡੀ ਗੱਲ, ਪਰ ਜਿਹੜੀ ਗੱਲ ਉੱਥੇ ਹੈ ਕਿ ਵੋਟਾਂ ਦੀ ਰਾਜਨੀਤੀ ਦੀ ਗੱਲ ਹੈ, ਉੱਥੇ ਨੰਬਰ 1 ਤਾਂ ਭ੍ਰਿਸ਼ਟਾਚਾਰ ਇੰਨਾ ਘਰ ਕਰ ਚੁੱਕਿਆ ਤੁਸੀਂ ਕਿ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਆਉਂਦੇ ਆ, ਉੱਥੇ ਨਸ਼ਿਆਂ ਦੇ ਟਰੱਕ ਭਰ ਕੇ ਭੁੱਖੀ ਵੰਡੀ ਜਾਂਦੀ ਹੈ। ਬਿਲਕੁਲ ਗੱਲ ਠੀਕ ਹੈ ਮੈਂ ਤੁਹਾਡੀ, ਪਰ ਤੁਸੀਂ ਕਿਹਾ ਕਿ ਤੁਹਾਡੀ ਜਥੇਬੰਦੀ ਪੋਲੀਟੀਕਲ ਤੌਰ ਉੱਪਰ ਨਹੀਂ ਵਿਚਰ ਰਹੀ ਹੈ ਜੀ, ਫਿਰ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਕਤ ਕਿਉਂ ਅਲਾਇੰਸ ਕਰ ਰਹੇ ਹੋ ਬਾਕੀ ਦੀ ਜਥੇਬੰਦੀਆਂ ਨਾਲ? ਸ਼੍ਰੋਮਣੀ ਕਮੇਟੀ ਸਿੱਖਾਂ ਦੀ ਧਾਰਮਿਕ ਬੋਡੀ ਹੈ, ਧਾਰਮਿਕ ਬੋਡੀ ਹੈ, ਪਰ ਵੋਟਾਂ ਤਾਂ ਪੈਣੀਆਂ ਨਾ ਉੱਥੇ, ਵੋਟਾਂ ਪੈਣੀਆਂ, ਪਰ ਉਹ ਇੱਕ ਵੋਟਾਂ ਦੀ ਮੈਂ ਵੋਟਾਂ ਦੀ ਅਵੇਅਰਨੈਸ ਦੀ ਗੱਲ ਕੀਤੀ ਹੈ। ਤੁਸੀਂ ਸਿੱਖਾਂ ਨੂੰ ਇੱਥੋਂ ਤੱਕ ਵੀ ਐਜੂਕੇਟ ਨਹੀਂ ਕਰ ਸਕੇ ਕਿ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤਾਂ ਸੁਚੱਜੇ ਸਿੱਖ ਚੁਣ ਕੇ ਭੇਜਣ। ਅਸੀਂ ਉਹ ਹੁਣ ਇਹ ਗੱਲ ਕਰ ਰਹੇ ਹਾਂ, ਬਿਲਕੁਲ ਇਸ ਗੱਲ ਲਈ ਲੱਗੇ ਹੋਏ ਆ, ਪਰ ਕਾਰਨ ਇਹ ਹੈ ਕਿ ਮੈਂ ਉਸ ਦਿਨ ਵੀ ਪੰਜਾਬ ਰੇਡੀਓ ਤੇ ਵੀ ਇਹ ਗੱਲ ਕੀਤੀ ਕਿ ਜਿਹੜੀਆਂ ਸਾਡੀਆਂ ਪੰਥਕ ਜਥੇਬੰਦੀਆਂ, ਜਿਹੜੀ ਸਾਡੀ ਲੀਡਰਸ਼ਿਪ ਹੈ, ਉਹ ਇਕੱਠੀ ਹੋਵੇ, ਅਸੀਂ ਤਾਂ ਨੌਜਵਾਨ ਉਹਨਾਂ ਦੇ ਮਗਰਲਾ ਇੱਕ ਹਿੱਸਾ, ਅਸੀਂ ਉਹਨਾਂ ਨੂੰ ਸਪੋਰਟ ਦੇਣੀ ਹੈ, ਕਿਉਂਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕਦੇ ਵੀ ਅੱਗੇ ਹੋ ਕੇ ਲੜਾਈ ਨਹੀਂ ਲੜੀ, ਸਿਆਸੀ ਲੜਾਈ ਨਹੀਂ ਲੜੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਲੀਡਰਸ਼ਿਪ ਅਕਾਲੀ ਦਲ ਨੂੰ ਹੀ ਦਿੱਤੀ ਹੈ, ਪਰ ਜਿਹੜੀ ਸਾਡੀ ਲੀਡਰਸ਼ਿਪ ਹੈ, ਇਹ ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਏਕਤਾ ਕਰਕੇ ਜਿੰਨੇ ਵੀ ਗਰੁੱਪਾਂ ਅਸੀਂ ਹੈਗੇ ਆ ਜਿਹੜੇ ਆਪਣੇ ਆਪ ਨੂੰ ਪੰਥਕ ਅਖਾਉਂਦੇ ਜਾਂ ਗਰਮਦਲੀਆਂ ਆ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਕੱਠੇ ਹੋ ਕੇ ਇਸ ਗੱਲ ਲਈ ਤੁਰੀਏ। ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਇਹ ਗੱਲ ਹੋ ਸਕਦੀ। ਭਾਈ ਅਮਰੀਕ ਸਿੰਘ ਤੁਹਾਡੇ ਪ੍ਰੈਜ਼ੀਡੈਂਟ ਸਨ, ਹਾਂਜੀ, ਉਹ ਖੁਦ ਇਲੈਕਸ਼ਨ ਲੜੇ, ਸ਼੍ਰੋਮਣੀ ਗੁਰਦੁਆਰਾ ਇਲੈਕਸ਼ਨ ਲੜੇ ਸੀ, ਹਾਂਜੀ, ਤੁਸੀਂ ਕਹਿੰਦੇ ਹੋ ਉਹ ਸੰਤ ਬਾਬਾ ਜਰਨੈਲ ਸਿੰਘ ਨੇ ਲੜਾਏ ਸੀ, ਪਰ ਉਹਦੇ ਖਿਲਾਫ ਪੂਰਾ ਅਕਾਲੀ ਦਲ ਅਗਵਾ ਕਿ ਉਹ ਉਸੇ ਸੀਟ ਤੇ ਹੀ ਸਾਰੇ ਪੂਰੇ ਦੇ ਪੂਰੇ ਸਿੱਖ ਨੌਜਵਾਨ ਉਹ ਵੱਖਰੀ ਗੱਲ ਪਿੱਛੇ ਹੀ ਰੱਖਿਆ ਗਿਆ ਹੈ। ਉਹ ਵੱਖਰੀ ਗੱਲ ਹੈ, ਅਕਾਲੀ ਦਲ ਤੁਹਾਡੇ ਮੁਕਾਬਲੇ ਤੇ ਵੱਖਰੀ ਗੱਲ। ਮੈਂ ਕਹਿਣਾ ਚਾਹੁੰਦਾ ਸੀਗਾ ਕਿ ਸਿਆਸੀ ਤੌਰ ਪਰ ਤੁਸੀਂ ਅੱਗੇ ਆਏ, ਜੇ ਤੁਸੀਂ ਇਸ ਗੱਲ ਨੂੰ ਕਿਉਂ ਇਨਕਾਰ ਕਰਦੇ ਹੋ? ਕਿ ਇਨਕਾਰ ਨਹੀਂ ਕਰ ਰਿਹਾ ਮੈਂ ਇਨਕਾਰ ਨਹੀਂ ਕਰ ਰਿਹਾ ਇਸ ਗੱਲ ਤੋਂ। ਅਸੀਂ ਚਾਹੁੰਦੇ ਆ ਕਿ ਸ਼੍ਰੋਮਣੀ ਕਮੇਟੀ ਤੇ ਚੰਗੇ ਗੁਰਸਿੱਖ ਹੋਣ, ਸਿੱਖਾਂ ਦੀ ਧਾਰਮਿਕ ਬੋਡੀ ਹੈ, ਸਿੱਖਾਂ ਦਾ ਪ੍ਰਚਾਰ ਸ਼੍ਰੋਮਣੀ ਕਮੇਟੀ ਨੇ ਕਰਨਾ। ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੈਗਾ। ਤੁਸੀਂ ਕਹਿੰਦੇ ਅਸੀਂ ਫਰੰਟ ਲਾਈਨ ਤੇ ਆਉਣਾ ਨਹੀਂ ਹੈ, ਤੇ ਫਿਰ ਕਿਸ ਤਰ੍ਹਾਂ? ਅਸੀਂ ਹੁਣ ਐਲਾਨ ਕਰ ਚੁੱਕੇ ਹਾਂ ਵੀ ਅਸੀਂ ਬਿਲਕੁਲ ਐਤਕੀ ਚੋਣ ਲੜਾਂਗੇ। ਤੁਸੀਂ ਕਰ ਲਿਆ ਕਮਰ ਕਸੇ? ਬਿਲਕੁਲ ਕਮਰ ਕਸੇ ਕਰ ਚੁੱਕੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਮੇਰੇ ਖਿਆਲ ਸਾਡੀ ਜਿਹੜੀ ਲਾਈਨ ਹੈ ਡਾਕਟਰ ਸਾਹਿਬ, ਮੈਂ ਤੁਹਾਡੇ ਨੁਕਤੇ ਦੇ ਵਿੱਚ ਇਹ ਗੱਲ ਕਰ ਲਾਂ ਜੀ। ਜਿਵੇਂ ਤੁਸੀਂ ਜਾਗ੍ਰਿਤੀ ਦੀ ਗੱਲ ਕੀਤੀ ਹੈ ਨਾ, ਕਿਉਂਕਿ ਆਪਣੇ ਜਿਹੜਾ ਕਨਫਿਊਜ਼ਨ ਸਾਰਾ ਹੈਗਾ, ਕੋਈ ਰਸਤਾ ਕਲੀਅਰ ਨਹੀਂ, ਜਿਵੇਂ ਵੀ ਆਪਣੀ ਸਥਿਤੀ ਹੈਗੀ ਆਪਾਂ ਵਿਚਾਰ ਕਰ ਰਹੇ ਹਾਂ, ਉਹਦੇ ਵਿੱਚ ਮੈਂ ਸਮਝਦਾ ਕਿ ਆਪਣੀ ਸਭ ਤੋਂ ਵੱਡੀ ਜਿਹੜੀ ਕਲੈਕਟਿਵ ਕਮਜ਼ੋਰੀ ਹੈਗੀ ਆ, ਉਹ ਹੈਗੀ ਕਿ ਜਿਵੇਂ ਆਪਾਂ ਰਾਜ ਕਰਨ ਦੇ ਜਾਂ ਪ੍ਰਬੰਧ ਕਰਨ ਦੇ ਜਾਂ ਕਹਿ ਲਓ ਕਿ ਆਪਣੇ ਈਵਨ ਗੁਰਦੁਆਰਿਆਂ ਦੀ ਐਡਮਿਨਿਸਟ੍ਰੇਸ਼ਨ ਬਣਾਉਣ ਦੇ ਤਰੀਕੇ ਲੱਭ ਲਏ ਆ, ਬਣਾ ਲੈਂਦੇ ਆ, ਚਾਹੇ ਉਹਦੇ ਵਿੱਚ ਚੰਗਾ ਕਬਜ਼ ਹੈ ਚਾਹੇ ਮਾੜਾ ਕਬਜ਼ ਹੈ, ਪਰ ਨੈਵਰਦਲੈਸ ਉੱਥੇ ਪ੍ਰਬੰਧ ਚੱਲ ਰਿਹਾ ਕਿਸੇ ਨਾ ਕਿਸੇ ਕਿਸਮ ਦਾ। ਜਿਹੜੀ ਆਪਣੀ ਵਿਰੋਧ ਹੈਗਾ ਅੰਦਰੂਨੀ ਵੀ ਤੇ ਬਹਿਰੂਨੀ ਵੀ, ਉਹ ਜੇ ਇੰਸਟੀਟਿਊਸ਼ਨਲਾਈਜ਼ ਨਹੀਂ ਹੋਇਆ। ਅਸੀਂ ਜਿਵੇਂ ਇੱਥੇ ਹੈਗਾ ਨਾ ਵੀ ਰੂਲਿੰਗ ਪਾਰਟੀ ਹੈ, ਹਰ ਮੈਜੈਸਟੀਜ਼ ਰੂਲਿੰਗ ਪਾਰਟੀ ਦੇ ਹਰ ਮੈਜੈਸਟੀਜ਼ ਆਪੋਜੀਸ਼ਨ ਪਾਰਟੀ, ਉਹਦੇ ਵਿੱਚ ਵੱਖਰੇ ਵੱਖਰੇ ਵਿੰਗ ਵੀ ਹੋ ਸਕਦੇ ਆ, ਗਰਮ ਵੀ ਹੋ ਸਕਦੇ, ਠੰਡੇ ਵੀ ਹੋ ਸਕਦੇ ਆ। ਆਪਾਂ ਅਜੇ ਇਹ ਨਹੀਂ ਸਿੱਖਿਆ ਕਿ ਆਪਾਂ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਕਹਿ ਲਓ ਅਵਤਾਰ ਸਿੰਘ ਦਾ ਵਿਰੋਧ ਉਹਨਾਂ ਦੇ ਸਾਹਮਣੇ ਬੈਠ ਕੇ ਲੌਜੀਕਲੀ ਕਿਵੇਂ ਕਰਨਾ ਹੈਗਾ, ਉਹਨਾਂ ਦੀ ਪੱਗ ਛਾਲਣ ਤੋਂ ਬਿਨਾਂ, ਚਾਹੇ ਉਹਨਾਂ ਜਗ੍ਹਾ ਕੋਈ ਵੀ ਹੋਵੇ, ਇਸਦਾਰ ਸਾਹਿਬ ਹੋਣ ਜਾਂ ਤੁਸੀਂ ਅਸੀਂ ਹੋਈਏ, ਆਪਾਂ ਇਕੱਠੇ ਬੈਠ ਕੇ ਆਪਣੇ ਨੁਕਤੇ ਨੂੰ ਬਿਲਕੁਲ ਬਤੌਰ ਆਪੋਜੀਸ਼ਨ ਅਗਾਂਹ ਪ੍ਰੈਜ਼ੈਂਟ ਕਰਨ ਲਈ ਤੇ ਉਹ ਤੇ ਕੋਈ ਕਨਕਲੂਜਨ ਕਰਨ ਵਾਸਤੇ ਇਹਦੇ ਲਈ ਆਪਾਂ ਅਜੇ ਇੰਸਟੀਟਿਊਸ਼ਨਲਾਈਜ਼ ਨਹੀਂ ਬਣੇ ਹੋਏ। ਸਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ। ਕਾਰਨ ਕੀ ਹੈ ਕਿ ਜਿਹੜੀਆਂ ਭਾਰਤ ਸਰਕਾਰ ਹੈ ਜੀ, ਠੀਕ ਹੈ, ਢਾਂਚਾ ਹੈ। ਹੁਣ ਦੇਖੋ ਚੋਣਾਂ, SGPC ਚੋਣਾਂ ਦਾ ਐਲਾਨ ਹੋਣਾ ਬਿਲਕੁਲ ਤੈਅ ਹੋ ਗਿਆ, ਜਦੋਂ ਕਿ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ। ਗੁਰਦੁਆਰਾ ਕਮਿਸ਼ਨ ਨੇ ਵੀ ਕਹਿ ਦਿੱਤਾ ਕਿ ਇੰਨੀ ਤਰੀਕ ਨੂੰ ਚੋਣਾਂ ਕਰਾ ਦਿਓ। ਭਾਰਤ ਸਰਕਾਰ ਚੋਣਾਂ ਨਹੀਂ ਕਰਾ ਰਹੀ SGPC ਦੇ। ਕਿਉਂ ਨਹੀਂ ਕਰਾ ਰਹੀ? ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਹਨਾਂ ਲੋਕਾਂ ਨੇ ਕਮਰ ਕਸੇ ਕਰ ਲਿਆ ਕਿ ਬਹੁਤ ਵੱਡਾ ਜਿਹੜਾ ਪ੍ਰਬੰਧਕੀ ਢਾਂਚਾ ਉਹ ਆਪਣੀ ਮਰਜ਼ੀ ਦੇ ਬੰਦੇ ਅੱਗੇ ਲਿਆਉਣਾ ਚਾਹੁੰਦਾ, ਤਾਂ ਕਿ ਭਾਵੇਂ SGPC ਹੋਵੇ ਚਾਹੇ ਪੰਜਾਬ ਦੀ ਸਰਕਾਰ। ਸੰਘਾ ਸਾਹਿਬ ਦਾ ਜਿਹੜਾ ਬੇਸਿਕ ਪੁਆਇੰਟ ਸੀ ਨਾ, ਉਹ ਇਹ ਸੀ ਕਿ ਸਾਨੂੰ ਐਜ਼ ਅ ਸਿੱਖ ਆਪਣੀਆਂ ਜਥੇਬੰਦੀਆਂ ਦੇ ਵਿੱਚ ਜਿਹੜਾ ਗੰਦ ਸੀ, ਮੈਂ ਸਿੱਧੇ ਗੱਲ ਵਾ, ਉਹਦਾ ਵਿਰੋਧ ਕਰਨ ਦੀ ਹੀ ਸਾਨੂੰ ਜਾਂਚ ਨਹੀਂ ਆਈ। ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਮੈਂ ਬਿਲਕੁਲ ਸਹਿਮਤ ਹਾਂ ਇਸ ਗੱਲ ਲਈ, ਪਰ ਉਹਦੇ ਤੇ ਸਾਡੇ ਜਿਹੜੇ ਲੀਡਰਸ਼ਿਪ ਉਹਨੂੰ ਹੀ ਕਰਨਾ ਚਾਹੀਦਾ। ਔਰ ਸਾਨੂੰ ਉਹੀ ਗੱਲ ਹੈ ਕਿ ਸਾਨੂੰ ਇੱਕ ਲੀਡਰ ਨਹੀਂ ਦਿੱਤਾ ਜਾ ਰਿਹਾ ਨੌਜਵਾਨਾਂ ਨੂੰ। ਕੋਈ ਮੈਂ ਪਿਛਲੇ 2 ਸਾਲ ਪਹਿਲਾਂ ਵੀ ਇੱਥੇ ਆਇਆ ਸੀ, ਉਦੋਂ ਵੀ ਇੱਥੇ ਕਈ ਸਿੰਘਾਂ ਨੇ ਮੈਨੂੰ ਕਿਹਾ
ਕਿ ਮੈਂ ਇਹੋ ਹੀ ਗੱਲ ਕਹੀ ਕਿ ਤੁਸੀਂ ਸਾਨੂੰ ਦੱਸੋ ਤਾਂ ਸਹੀ, ਲੀਡਰਸ਼ਿਪ ਹੀ ਨਹੀਂ ਸਾਡੇ ਕੋਲ, ਕਿਹੜੇ ਲੀਡਰ ਦੀ ਅਸੀਂ ਗੱਲ ਮੰਨੀਏ, ਕਿਹਦੇ ਅਸੀਂ ਮਗਰ ਤੁਰੀਏ? ਤੁਸੀਂ ਇੱਕ ਲੀਡਰ ਵੀ, ਯਾਨੀ ਕਿ ਤੁਸੀਂ ਇਸ ਵਕਤ ਸਮਝ ਰਹੇ ਹੋ ਕਿ ਕੌਮ ਜਿਹੜੀ ਲੀਡਰਲੈਸ ਹੈ। ਬਿਲਕੁਲ ਕਿ ਲੀਡਰਲੈਸ। ਤੁਸੀਂ ਉਹ ਲੀਡਰ ਤੁਸੀਂ ਕਿਉਂ ਨਹੀਂ ਹੋ ਸਕਦੇ? ਨਹੀਂ, ਮੈਂ ਹੋ ਸਕਦਾ, ਪਰ ਮੈਂ ਤਾਂ ਆਪਣੇ ਆਪ ਨੂੰ ਅਜੇ ਨਹੀਂ ਸਮਝਦਾ ਕਿ ਮੈਂ, ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਹਰ ਕੋਈ, ਮੇਰਾ ਕਹਿਣ ਦਾ ਮਤਲਬ ਇਹੋ ਜਿਹਾ ਚਾਹੀਦਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ, ਮੇਰਾ ਤੁਹਾਡੇ ਤੋਂ ਵਾਲਿਆਂ ਵਰਗਾ ਡੰਡੇ ਵਾਲਾ ਬੰਦਾ ਚਾਹੀਦਾ ਕਿ ਜਿਹੜਾ ਉਹ ਫਿਰ ਗੱਲ ਕਰ ਸਕੇ। ਮੇਰਾ ਤੁਹਾਡੇ ਤੋਂ ਕਹਿਣ ਤੋਂ ਮੁਰਾਦ ਇਹ ਸੀਗਾ ਕਿ ਹਰ ਕੋਈ ਜਿਹੜਾ ਉਹ ਕਹਿੰਦਾ ਕਿ ਅਸੀਂ ਲੀਡਰਲੈਸ ਹਾਂ, ਮੈਂ ਹਰ ਉਸ ਨੂੰ ਸਵਾਲ ਕਰਦਾ ਕਿ ਉਹ ਲੀਡਰ ਕਿਉਂ ਨਹੀਂ ਹੋ ਸਕਦਾ। ਤੁਸੀਂ ਇੱਕ ਮਹਾਂਪੁਰਖਾਂ ਦੀ ਗੱਲ ਕੀਤੀ ਜਿਹੜੇ ਕਿ ਇੱਕ ਡੰਡੇ ਵਾਲੇ ਸਨ। ਚਲੋ ਠੀਕ ਹੈ, ਮੈਂ ਇਸ ਗੱਲ ਨੂੰ ਮੰਨ ਲੈਣਾ ਕਿ ਸਾਡੀ ਕੌਮ ਦੇ ਵਿੱਚ ਇੱਕ ਡੰਡੇ ਵਾਲਾ ਲੀਡਰ ਚਾਹੀਦਾ ਹੈ, ਪਰ ਉਸ ਵਕਤ ਵੀ ਤਾਂ ਉਹਨਾਂ ਦਾ ਵੀ ਤਾਂ ਵਿਰੋਧ ਹੋਇਆ ਸੀ। ਵਿਰੋਧ ਹੋਇਆ ਔਰ ਵਿਰੋਧ ਕਰਨ ਵਾਲੇ ਤੁਹਾਡੇ ਜਿਹੜੀਆਂ ਜਥੇਬੰਦੀਆਂ ਸਨ, ਜਿਹਨੂੰ ਆਪਾਂ ਸ਼੍ਰੋਮਣੀ ਵਿਰੋਧ ਕਰਨ ਦੀ ਜਾਂਚ ਵੀ ਹੋਣੀ ਚਾਹੀਦੀ ਹੈ, ਜਿਹੜੀ ਸਾਨੂੰ ਅਜੇ ਤੱਕ ਨਹੀਂ ਆਈ। ਇਹਦਾ ਤੁਸੀਂ ਕੀ ਕਾਰਨ ਸੋਚਦੇ ਹੋ? ਉਹਦਾ ਕਾਰਨ ਇਹ ਹੈ ਕਿ ਜਿਹੜੀ ਸਾਡੀ ਲੀਡਰਸ਼ਿਪ ਹੈ ਨਾ, ਜਿਹੜੀ ਸਾਡੇ ਅਗਲੀ ਕਤਾਰ ਦੇ ਵਿੱਚ ਲੋਕ ਬੈਠੇ ਆ, ਚਾਹੇ ਸਿਮਰਜੀਤ ਸਿੰਘ ਮਾਨ ਹੈ, ਦਲਜੀਤ ਸਿੰਘ ਬਿੱਟੂ ਹੈ, ਭਾਈ ਮੋਹਕਮ ਸਿੰਘ ਹੈ, ਜਸਵੀਰ ਸਿੰਘ ਰੋਡੇ ਸੀ, ਜਿਹੜੇ ਕਿ ਪਿਛਲੇ ਦਿਨੀ ਅਕਾਲੀ ਦਲ ਬਾਦਲ ਜੀ ਸ਼ਰੇਆਮ ਕਹਿ ਗਏ ਕਿ ਮੈਂ ਤਾਂ ਇਹਨਾਂ ਦੀ ਸਪੋਰਟ ਕਰਨੀ ਹੈ ਜੀ, ਠੀਕ ਹੈ ਜੀ। ਉਹ ਜਿਹੜੀ ਲੀਡਰਸ਼ਿਪ ਸੀ ਜਿਹਦੇ ਪਿੱਛੇ ਪੂਰਾ ਲੋਕ ਲੱਗੇ ਹੋਏ ਸੀ, ਹੁਣ ਸੇਧ ਇਹਨਾਂ ਲੋਕਾਂ ਨੇ ਦੇਣੀ ਹੈ, ਇਹਨਾਂ ਜਿਹੜੇ ਅਗਵਾਈ ਕਰਨੀ ਹੈ। ਜੇ ਇਹਨਾਂ ਤੋਂ ਨਹੀਂ ਹੋ ਰਹੀ ਤਾਂ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਫਿਰ ਇਹਨਾਂ ਨੂੰ। ਲੀਡਰਸ਼ਿਪ ਤਾਂ ਸਾਰਿਆਂ ਨੇ ਉਹ ਪੈਸਾ ਵੀ ਹੈਗਾ ਕਿ ਜਿਹੜਾ ਦਰਅਸਲ ਪ੍ਰੋਗਰਾਮ ਹੈਗਾ ਨਾ, ਜੇ ਰੋਡੇ ਸਾਹਿਬ ਕਿਸੇ ਪਾਸੇ ਚਲੇ ਗਏ, ਤੁਹਾਨੂੰ ਤਾਂ ਛੱਡ ਗਏ ਨਾ, ਸਾਨੂੰ ਛੱਡ ਗਏ, ਪਰ ਉੱਥੇ ਹੋਰ ਬਹੁਤ ਸਾਰੇ ਅਕਾਲੀ ਦਲ ਬੈਠੇ ਆ। ਤੁਸੀਂ ਕਹਿੰਦੇ ਛੱਡ ਕੇ ਪਾਸੇ ਜੇ ਕੱਲ ਨੂੰ ਅਸੀਂ ਵੀ ਕੋਈ ਗੱਲ ਕਰਦੇ, ਉਹੀ ਫਿਰ ਗੱਲ ਆ ਕੇ ਖੜ ਜਾਂਦੀ ਹੈ ਕਿ ਵੱਖਰੀਆਂ ਵੱਖਰੀਆਂ ਸਾਰੇ ਆਪਣੀ ਡੁਗਡੁਗੀ ਵਜਾ ਰਹੇ ਆ, ਪਰ ਉਹਦੇ ਕੋਈ ਸਾਨੂੰ, ਅਸੀਂ ਤਾਂ ਇਹੋ ਹੀ ਵਾਰ-ਵਾਰ ਦੁਹਾਈ ਪਾ ਰਹੇ ਹਾਂ ਕਿ ਇੱਕ ਹੋਣਾ ਚਾਹੀਦਾ ਸਾਰਿਆਂ ਨੂੰ। ਇੱਕ ਹੋ ਕੇ ਜਿੰਨਾ ਚਿਰ ਅਸੀਂ ਆਵਾਜ਼ ਨਹੀਂ ਉਠਾਉਂਦੇ ਉਹਨਾਂ ਚਿਰ ਕੋਈ ਹੱਲ ਨਹੀਂ। ਕੀ ਕਾਰਨ ਹੈ ਕਿ ਸਾਰੀ, ਜਿੱਦਾਂ ਸੋਢੀ ਸਾਹਿਬ ਨੇ ਕਿਹਾ ਕਿ ਸਾਰੀ ਸਿੱਖ ਕੌਮ ਮਿਲ ਕੇ ਇੱਕ ਲੀਡਰ ਵੀ ਪੈਦਾ ਨਹੀਂ ਕਰ ਸਕੀ? ਦੇਖੋ, ਜਿਹੜਾ ਕੌਮ ਹੈਗਾ ਨਾ, ਕੌਮ ਇਹ ਪੋਲੀਟੀਕਲ ਕਨਸੈਪਟ ਹੈ, ਇਹ ਧਾਰਮਿਕ ਕਨਸੈਪਟ ਨਹੀਂ ਹੈਗਾ ਜੀ। ਜਿਹੜਾ ਕੌਮੀ ਕਨਸੈਪਟ ਹੈ, ਕੌਮ ਨੂੰ ਪ੍ਰੀਜ਼ਰਵ ਕਰਨ ਵਾਸਤੇ ਸਟੇਟਾਂ ਵਰਕ ਕਰਦੀਆਂ ਹੈਗੀਆਂ ਜੀ। ਉਹ ਸਟੇਟਾਂ ਦੇ ਅਧੀਨ ਜਿਵੇਂ ਸਿਸਟਮ ਚੱਲਦਾ, ਉਹਦੇ ਵਿੱਚ ਰੂਲਿੰਗ ਵੀ ਪਾਰਟੀ ਹੈਗੀ ਆ, ਆਪੋਜੀਸ਼ਨ ਪਾਰਟੀਆਂ ਤੇ ਮਾਰਜਨਲ ਪਾਰਟੀਆਂ ਵੀ ਹੈਗੀਆਂ, ਹੋਣੀਆਂ ਵੀ ਚਾਹੀਦੀਆਂ। ਤੇ ਉਹਦੇ ਵਿੱਚ ਅਸੀਂ ਅਜੇ ਬਤੌਰ ਕਹਿ ਲਓ ਕੌਮ ਵਿਦਆਊਟ ਸਟੇਟ ਇਸ ਗੱਲ ਤੇ ਨਹੀਂ ਆਏ ਕਿ ਅਸੀਂ ਆਪਣਾ ਜਿਹੜਾ ਅੰਦਰੂਨੀ ਵਿਰੋਧ ਆ ਉਹਨੂੰ ਕਿਵੇਂ ਪ੍ਰੋਡਕਟਿਵ ਤਰੀਕੇ ਨਾਲ ਚੈਨਲਾਈਜ਼ ਕਰਕੇ ਕਿਸੇ ਸਿੱਟੇ ਤੇ ਪਹੁੰਚਣਾ। ਮਿਸਾਲ ਦੇ ਤੌਰ ਤੇ ਜਿਹੜੇ ਵੱਖ-ਵੱਖ ਜਥੇਬੰਦੀਆਂ ਹੈਗੀਆਂ ਜਾਂ ਵੱਖ-ਵੱਖ ਗਰੁੱਪ ਆ, ਉਹਨਾਂ ਦਾ ਕੀ ਪ੍ਰੋਗਰਾਮ ਆ, ਕੀ ਉਹਨਾਂ ਦਾ ਟਾਈਮ ਫਰੇਮ ਹੈਗਾ, ਉਹਨਾਂ ਦਾ ਜੋ ਵੀ ਹੈਗਾ ਉਹ ਬਾਕੀ ਜਥੇਬੰਦੀਆਂ ਨਾਲ ਅਲਾਈਅੰਸ ਕਰਕੇ ਕਿ ਆਹ ਸਾਡਾ ਕਲੈਕਟਿਵ ਬਣ ਸਕਦਾ ਮਿਨੀਮਮ। ਸੰਘਾ ਸਾਹਿਬ, ਉਸ ਵਕਤ ਅਲਾਈਅੰਸ ਆਪਾਂ ਕਦੋਂ ਕਰ ਸਕਾਂਗੇ ਜਦੋਂ ਤੁਹਾਡੀ ਮੇਰੀ ਸੋਚ ਇਹੀ ਹੈ ਕਿ ਜੇ ਤੁਸੀਂ ਮੇਰੇ ਖਿਲਾਫ ਬੋਲੋਗੇ ਮੈਂ ਤੁਹਾਨੂੰ ਮਾਰਨ ਦੀ ਗੱਲ ਕਰਾਂਗਾ, ਤੁਸੀਂ ਮੈਨੂੰ ਮਾਰਨ ਦੀ ਗੱਲ ਕਰੋਗੇ। ਇਹੀ ਸਾਡੀ ਜਥੇਬੰਦੀਆਂ ਤੇ ਅੱਜ ਤੱਕ ਹੋਇਆ। ਇਹਦੇ ਵਿੱਚ ਇਹੋ ਹੀ ਗੱਲ ਥੋੜੀ ਜਿਹੜੀ ਐਕਸਪਲੇਨ ਕਰਦੀ ਹੈ ਕਿ ਸਿੱਖ ਆਪਾਂ ਉੱਥੇ ਹੈਗੇ ਆ ਪੋਲੀਟੀਕਲੀ ਜਿੱਥੇ ਪਿੱਛੇ ਸੀ, ਪਰ ਨੈਵਰਦਲੈਸ ਜਿਹੜੀਆਂ ਫਿਊਚਰ ਜਨਰੇਸ਼ਨ ਮਿਸਾਲ ਦੇ ਤੌਰ ਤੇ ਪੰਜਾਬ ਦੇ ਵਿੱਚ ਵੀ ਦੇਖਿਆ ਹੈਗਾ, ਇੱਥੇ ਵੀ ਹੈਗਾ। ਇੱਕ ਪਾਸੇ ਤਾਂ ਸਿੱਖ ਕੌਮ ਦੇ ਮਾਰਜਨਸ ਤੇ ਜਿਹੜੀਆਂ ਸਕਰਮਸ਼ਸ ਹੈਗੀਆਂ ਉਹ ਚਲੀ ਜਾਣੀਆਂ, ਦੂਜੇ ਪਾਸੇ ਲਾਜ਼ਮੀ ਤੌਰ ਤੇ ਜਿਹੜੇ ਸਿੱਖ ਮੇਨ ਸਟ੍ਰੀਮ ਭਾਈਚਾਰਾ ਹੈਗਾ ਉਹ ਗਾਂ ਵੀ ਵਧੇਗਾ, ਵਿਦੇਸ਼ਾਂ ਦੇ ਵਿੱਚ ਵੀ ਤੇ ਦੇਸ਼ ਦੇ ਵਿੱਚ ਵੀ। ਅਨਫੋਰਚੂਨੇਟ ਚੀਜ਼ ਇਹ ਹੈਗੀ ਹੈ ਕਿ ਕੋਲੈਕਟਿਵਲੀ ਇੱਥੇ ਉਹ ਜਾਗਰਤੀ ਹੈ, ਹਾਂਜੀ, ਪੰਜਾਬ 'ਚ ਨਹੀਂ। ਪੰਜਾਬ ਦੇ ਵਿੱਚ ਵੀ ਬਹੁਤ ਹਾਲਤਾਂ ਦੇ ਵਿੱਚ ਦੇਖੋ, ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਸਿਆਣੇ ਲੋਕ ਹੈਗੇ ਆ। ਮਿਸਾਲ ਦੇ ਤੌਰ ਤੇ ਅਗਰ ਤਾਂ ਆਪਾਂ ਜਾਗਰਤੀ ਇਹ ਸਮਝਦੇ ਹੈਗੇ ਆ ਕਿ ਜੋ ਮੇਰਾ ਪ੍ਰੋਗਰਾਮ ਹੈਗਾ ਜੇ ਮੇਰੀ ਨਹੀਂ ਚੱਲਦੀ ਤਾਂ ਸਾਰਾ ਅੰਧੇਰਾ ਹੈਗਾ, ਜੇ ਮੈਂ ਸਮਝਦਾ ਕਿ ਮੇਰਾ ਅੱਧਾ ਪ੍ਰੋਗਰਾਮ ਐਕਸੈਪਟ ਕਰਨ ਨੂੰ ਤਿਆਰ ਹੈਗਾ, ਅੱਧਾ ਗਾਂ ਫਿਊਚਰ ਦੇ ਵਿੱਚ ਕਿਸੇ ਵੇਲੇ ਤਾਂ ਮੈਂ ਤੁਹਾਡੇ ਨਾਲ ਤੁਰਨ ਨੂੰ ਤਿਆਰ ਹਾਂ, ਫਿਰ ਤਾਂ ਗਾਂ ਤੁਰ ਸਕਦੇ ਆ। ਜੇ ਸਮਝਦਾ ਕਿ ਮੈਂ ਆਈਸੋਲੇਟ ਹੋ ਕੇ ਵਿਰੋਧ ਹੀ ਕਰਨਾ ਹੈਗਾ ਤਾਂ ਫਿਰ ਕੋਈ ਪ੍ਰੋਗਰੈਸ ਨਹੀਂ। ਤੀਸਰੀ ਗੱਲ ਤੁਹਾਡੀ ਉਹੀ ਹੋ ਰਹੀ ਸਾਡੇ ਕੌਮ ਦੇ ਵਿੱਚ। ਕਾਲਰ ਲੈਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੁਣ ਤੁਹਾਡੀ ਆਵਾਜ਼ ਠੀਕ ਹੈ ਭਾਈ ਸਾਹਿਬ ਜੀ, ਗੱਲ ਕਰੋ। ਹਾਂਜੀ, ਹੁਣ ਲੈਂਡ ਲਾਈਨ ਤੋਂ। ਹਾਂਜੀ, ਥੈਂਕ ਯੂ। ਮੈਂ ਇਹ ਪ੍ਰੋਗਰਾਮ ਦੇਖ ਰਹੇ ਸੀਗੇ ਜੀ ਜੀ। ਵੈਸੇ ਮੈਂ ਤਾਂ ਇਹ ਕਮਾਂ ਕਿ ਜਿਹੜੀ ਕਾਲੀ ਦੂਜੀਆਂ ਦੇ ਸਾਰੇ ਸਾਡੇ ਆਪ ਦੇ ਪਿਛਾਂ ਦੇ ਤੁਹਾਡੀ ਆਵਾਜ਼ ਫਿਰ ਕੱਟ ਰਹੀ ਹੈ, ਤੁਹਾਡੀ ਆਵਾਜ਼ ਫਿਰ ਕੱਟ ਰਹੀ ਹੈ ਭਾਈ ਸਾਹਿਬ, ਤੁਹਾਡੀ ਆਵਾਜ਼ ਫਿਰ ਨਹੀਂ ਕਲੀਅਰ ਆ ਰਹੀ। ਮੇਰੇ ਖਿਆਲ ਸ਼ਾਇਦ ਤੁਹਾਡੀ ਲਾਈਨ ਫਿਰ ਕੱਟ ਚੁੱਕੀ ਹੈ ਸ਼ਾਇਦ। ਅਲਬੱਤਾ ਅਸੀਂ ਤੁਹਾਡੀ ਕਾਲ ਦੀ ਫਿਰ ਇੰਤਜ਼ਾਰ ਕਰਾਂਗੇ ਔਰ ਮੇਰਾ ਖਿਆਲ ਹੈ ਕਿ ਤੁਹਾਡੀ ਲਾਈਨ ਕੱਟ ਰਹੀ ਹੈ, ਤੁਸੀਂ ਸਾਨੂੰ ਫਿਰ ਕਾਲ ਮਿਲਾਇਓ। ਸੰਘਾ ਸਾਹਿਬ ਔਰ ਸੋਢੀ ਸਾਹਿਬ, ਸਾਡੇ ਪਾਸ ਸਿਰਫ 5 ਮਿੰਟ ਦਾ ਸਮਾਂ ਬਾਕੀ ਰਹਿ ਗਿਆ। ਕਾਲਸ ਵੀ ਆਪਾਂ ਲੈ ਸਕਦੇ ਹਾਂ, ਪਰ ਮੈਂ ਚਾਹਾਂਗਾ ਕਿ
ਤੁਸੀਂ ਆਪਣੇ ਵੱਲੋਂ ਆਖਿਰ ਦੇ ਵਿੱਚ ਇਸ ਗੱਲ ਨੂੰ ਸਮਰਾਈਜ਼ ਕਰਦੇ ਹੋਏ ਇੱਕ ਐਜੂਕੇਸ਼ਨਿਸਟ ਹੋਣ ਦੇ ਨਾਤੇ, ਕਿਉਂਕਿ ਗੁਰਸਿੱਖ ਵੀ ਉਹ ਸਾਡੇ ਲਈ ਬੜੀ ਮਾਣ ਦੀ ਗੱਲ ਹੈ, ਬੜੇ ਪਿਆਰ ਦੀ ਗੱਲ ਹੈ, ਇੱਕ ਐਜੂਕੇਸ਼ਨ ਫੀਲਡ ਦੇ ਵਿੱਚ ਉਹ ਕਾਲਜ ਦੇ ਵਿੱਚ ਪ੍ਰਿੰਸੀਪਲ ਹੋ, ਉਸ ਨਾਤੇ ਤੁਸੀਂ ਸਾਡੀ ਕੌਮ ਦੀ ਇੱਥੋਂ ਦੀ ਵਸਤੀ ਹੋਈ, ਕਿਉਂਕਿ ਤੁਹਾਡੀ ਆਵਾਜ਼ ਪੂਰੇ ਯੂਰਪ ਦੇ ਵਿੱਚ ਆ ਰਹੀ ਹੈ, ਨੌਜਵਾਨ ਪੀੜ੍ਹੀ ਨੂੰ ਕੀ ਪੈਗਾਮ, ਕੀ ਸੁਨੇਹਾ ਦੇਣਾ ਚਾਹੋਗੇ? ਸਭ ਤੋਂ ਵੱਡਾ ਆਪਣੀ ਜ਼ਿੰਮੇਵਾਰੀ ਇਹ ਬਣਦੀ ਹੈਗੀ ਹੈ ਕਿ 2050 ਦੇ ਵਿੱਚ ਸਿੱਖ ਕੌਮ, ਸਿੱਖ ਧਰਮ, ਇੰਟਰਨੈਸ਼ਨਲ ਭਾਈਚਾਰਾ ਕਿਸ ਸਥਿਤੀ ਦੇ ਵਿੱਚ ਹੋਵੇ ਜੀ। ਉਹਦੇ ਵਾਸਤੇ ਅਗਰ ਆਪਾਂ ਪ੍ਰੋਗਰਾਮ ਸ਼ੁਰੂ ਕਰਨਾ ਤੇ ਆਪਾਂ ਨੂੰ ਲਿਖਣਾ ਪਵੇਗਾ, ਸਟੈਪ ਬਾਈ ਸਟੈਪ ਉਹਦੇ ਵੱਲ ਨੂੰ ਵਧਣਾ ਪਵੇਗਾ। ਮਾਡਰਨ ਯੁੱਗ ਦੇ ਵਿੱਚ ਆਪਣਾ ਸਾਰਾ ਇਤਿਹਾਸ ਸਾਂਭਣ ਵਾਸਤੇ ਵੀ ਠੀਕ ਹੈ ਤੇ ਗਾਂ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਸਤੇ ਵੀ ਮੈਂ ਸਮਝਦਾ ਕਿ ਵਰਲਡ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਜ਼ਰੂਰ ਹੋਣੀ ਚਾਹੀਦੀ ਹੈ। ਜਿਹੜਾ ਇੰਡੀਆ ਦੇ ਵਿੱਚ ਵੀ, ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਵਰਲਡ ਸਿੱਖ ਯੂਨੀਵਰਸਿਟੀ ਆ, ਉਹਦਾ ਜਿਹੜਾ ਹੈੱਡਕੁਆਟਰਸ ਆ ਉਹ ਜਿੱਥੋਂ ਜ਼ਿਆਦਾ ਫਾਈਨੈਂਸ਼ੀਅਲ ਸਪੋਰਟ ਨੂੰ ਮਿਲ ਸਕਦੀ ਉੱਥੇ ਬਣ ਸਕਦਾ ਉਹਦਾ। ਪਰ ਉਹਦੀ ਜਿਹੜੀ ਆਪਰੇਸ਼ਨਲ ਪੋਸੀਬਿਲਿਟੀ ਆ, ਕਿਉਂਕਿ ਅੱਜ ਕੱਲ ਓਪਨ ਯੂਨੀਵਰਸਿਟੀ ਹੈਗੀ ਨਾ ਮਿਲਟਨ ਕੀਨਸ, ਪਰ ਉਹ ਵਰਲਡ ਵਾਈਡ ਓਪਨ ਯੂਨੀਵਰਸਿਟੀ ਚੱਲਦੀ ਹੈਗੀ ਹੈ, ਜਿਹਦੇ ਵਿੱਚ ਆਪਾਂ ਸਿੱਖ ਰਾਜਨੀਤੀ, ਸਿੱਖ ਧਰਮ, ਸਿੱਖ ਇਤਿਹਾਸ, ਸਿੱਖ ਵਿਰਸਾ, ਸਿੱਖ ਘਟਨਾਵਾਂ, ਜੋ ਕੁਝ ਵਾਪਰਦਾ ਹੈਗਾ ਉਹਨੂੰ ਸਾਇੰਟੀਫਿਕ ਰਿਸਰਚ ਕਰਕੇ ਵਰਲਡ ਦੇ ਸਾਹਮਣੇ ਪੇਸ਼ ਕਰ ਸਕਦੇ ਹਾਂ। ਕਿਉਂਕਿ ਤੁਸੀਂ ਅਗਰ ਇਨਸਾਫ ਚਾਹੁੰਦੇ ਹੋ ਪੰਜਾਬ ਗਵਰਨਮੈਂਟ ਤੋਂ, ਹਿੰਦੁਸਤਾਨ ਗਵਰਨਮੈਂਟ ਤੋਂ, ਯੂਨੈਸਕੋ ਆਪਣੇ ਰਾਹੀਂ, ਆਪਣੇ ਯੂਨਾਈਟਿਡ ਨੇਸ਼ਨਸ ਤੋਂ, ਜਾਂ ਵਿਦੇਸ਼ੀ ਅੰਬੈਸੀਆਂ ਨੂੰ ਜਾਂ ਗਵਰਨਮੈਂਟਾਂ ਨੂੰ ਆਪਣੇ ਨਾਲ ਆਉਣਾ, ਜਿੰਨਾ ਚਿਰ ਤੁਸੀਂ ਸਾਇੰਟੀਫਿਕ ਐਵੀਡੈਂਸ ਉਹਨਾਂ ਦੇ ਸਾਹਮਣੇ ਪ੍ਰੈਜ਼ੈਂਟ ਨਹੀਂ ਕਰਦੇ, ਆਪਣੇ ਨਾਰੇ, ਆਪਣੇ ਜੋਸ਼, ਆਪਣੀਆਂ ਜਿਵੇਂ ਮਰਜ਼ੀ ਬੁਲੰਦ ਆਵਾਜ਼ ਹੋਵੇ, ਉਸ ਨੂੰ ਉਹ ਸਮਝਦੇ ਆ ਕਿ ਠੀਕ ਹੈ ਇਹ ਲੈਜੀਟੀਮੇਟ ਪ੍ਰੋਟੈਸਟ ਹੈਗਾ, ਡੈਮੋਕ੍ਰੈਟਿਕ ਅਧਿਕਾਰ ਹੈਗਾ, ਇਹ ਠੀਕ ਹੈ, ਅਸੀਂ ਵੈਲਕਮ ਕਰਦੇ ਹਾਂ, ਪਰ ਉਹ ਤੇ ਕੋਈ ਨਹੀਂ ਕਰਦਾ। ਇੱਕ ਢੰਗ ਹੈ, ਬਹੁਤ ਅੱਛੀ ਗੱਲ ਤੁਸੀਂ ਕਹੀ। ਸੋਢੀ ਸਾਹਿਬ, ਇਹੀ ਗੱਲ ਮੈਂ ਤੁਹਾਡੇ ਕੋਲ ਚਾਹੁੰਦਾ, ਸੰਘਾ ਸਾਹਿਬ ਨੇ ਇੱਕ ਐਜੂਕੇਸ਼ਨਿਸਟ ਹੋਣ ਦੇ ਨਾਤੇ ਨੌਜਵਾਨਾਂ ਨੂੰ ਪੈਗਾਮ ਦਿੱਤਾ ਕਿ ਬਹੁਤ ਅੱਛਾ ਪ੍ਰੋਗਰਾਮ। ਤੁਸੀਂ ਵੀ ਵੈਸੇ ਇਹ ਗੱਲ ਮੇਰੇ ਨਾਲ ਕਰ ਚੁੱਕੇ ਹੋ, ਜਿਹੜੀ ਯੂਨੀਵਰਸਿਟੀ ਦੀ ਗੱਲ ਆਪਣੀ ਗੱਲ ਹੋ ਚੁੱਕੀ ਹੈ, ਪਰ ਉਸ ਮੱਦੇ ਨਜ਼ਰ ਮੈਂ ਫਿਰ ਵੀ ਚਾਹਾਂਗਾ, ਕਿਉਂਕਿ ਤੁਸੀਂ ਖੁਦ ਵੀ ਨੌਜਵਾਨ ਹੋ, ਇੱਥੋਂ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਇਹਦੇ ਵਿੱਚ ਡਾਕਟਰ ਸਾਹਿਬ ਇਹ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਵੈਸੇ ਆਫਲਾਈਨ ਵੀ ਇਹ ਗੱਲ ਕੀਤੀ ਸੀ, ਬਿਲਕੁਲ, ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਦੋਂ 1943 ਦੇ ਮੁੱਢਲੇ ਦਿਨਾਂ ਦੇ ਵਿੱਚ ਜਨਮ ਹੋਇਆ ਸੀ, ਥੋੜਾ ਜਿਹਾ ਮੈਂ ਬੈਕ ਤੇ ਚਲਾ ਜਾਵਾਂ ਇੱਕ ਅੱਧਾ ਮਿੰਟ, ਤਾਂ ਉਦੋਂ ਵੀ ਅੱਜ ਵਰਗੇ ਹੀ ਮੈਂ ਸਮਝਦਾ ਹਾਲਾਤ ਸੀ ਕਿ ਪਤਤ ਰਾਜੇ ਨੂੰ ਜਦੋਂ ਖਾਲਸਾ ਕਾਲਜ ਦੇ ਵਿੱਚ ਬੁਲਾ ਕੇ ਉੱਥੋਂ ਦੇ ਪ੍ਰਬੰਧਕਾਂ ਨੇ ਸਨਮਾਨਿਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉੱਥੇ ਕੁਝ ਸਿੱਖ ਨੌਜਵਾਨਾਂ ਨੇ ਵਿਰੋਧ ਕੀਤਾ ਕਿ ਖਾਲਸਾ ਕਾਲਜ ਦੇ ਅੰਦਰ ਪਤਤ ਰਾਜੇ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਅਮਰ ਸਿੰਘ ਅਬਾਲਵੀ ਹੋਰਾਂ ਨੂੰ ਉਦੋਂ ਜੇਲ੍ਹ ਜਾਣਾ ਪਿਆ, ਫੜ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ। ਉਸ ਤੋਂ ਬਾਅਦ ਨੌਜਵਾਨਾਂ ਨੇ ਇਕੱਤਰਤਾ ਕੀਤੀ, ਜਿਹਦੇ ਵਿੱਚ 13 ਨੌਜਵਾਨ ਇਕੱਠੇ ਹੋਏ, ਸਭ ਤੋਂ ਪਹਿਲਾਂ ਸਿੱਖ ਨੌਜਵਾਨ, ਤੇ ਉਦੋਂ ਇਸ ਜਥੇਬੰਦੀ ਦਾ ਜਨਮ ਹੋਇਆ 1944, 13 ਸਤੰਬਰ 1944 ਨੂੰ, ਜਿਹਦਾ ਨਾਮ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਰੱਖਿਆ ਗਿਆ ਸੀ। ਔਰ ਜਿਹੜੇ 5 ਸਿਧਾਂਤ ਉਦੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਨਿਸ਼ਚਿਤ ਕੀਤੇ ਸੀ, ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਰੱਖਿਆ ਹੋਇਆ ਕਿ ਇੱਕ ਸਿੱਖ ਵਰਲਡ ਸਿੱਖ ਯੂਨੀਵਰਸਿਟੀ ਹੈ ਜਿਹੜੀ ਹੋਣੀ ਚਾਹੀਦੀ ਹੈ। ਮੈਂ ਤੁਹਾਡੇ ਨਾਲ ਵੀ ਗੱਲ ਕਰ ਚੁੱਕਿਆ, ਔਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਸੰਤ ਸਮਾਜ ਸੀ ਇਹਨਾਂ ਨੂੰ ਵੀ ਕਿਹਾ, ਕਿਉਂਕਿ ਉਹਦੇ ਲਈ ਮਾਇਆ ਚਾਹੀਦੀ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਸੀਂ ਤਾਂ ਜਿਹੜੇ ਅੱਗੇ ਉੱਤੇ, ਤੇ ਅਸੀਂ ਉਹਨਾਂ ਨੂੰ ਵੀ ਕਿਹਾ ਕਿ ਇੱਕ ਕਿੱਲਾ ਲੈ ਕੇ ਤੁਸੀਂ 100 ਕਿੱਲਾ ਲੈ ਕੇ ਇੱਕ ਯੂਨੀਵਰਸਿਟੀ ਬਣਾ ਲਓ। ਅਸੀਂ ਨਹੀਂ, ਅਸੀਂ ਤਾਂ ਉਹਦੇ ਵਿੱਚ ਮੈਂਬਰ ਵੀ ਨਹੀਂ ਬਣਨਾ ਚਾਹੁੰਦੇ, ਪਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਚਿਰ ਕੌਮ ਦੀ ਗੱਲ, ਜਿਵੇਂ ਇਹਨਾਂ ਨੇ ਕਹੀ ਹੈ, ਬਿਲਕੁਲ ਠੀਕ ਹੈ ਗੱਲ ਕਹੀ ਹੈ, ਕਿ ਜੇ ਅਸੀਂ ਆਪਣਾ ਪ੍ਰਚਾਰ ਹੀ ਨਹੀਂ ਕਰ ਸਕੇ ਕਿ ਸਿੱਖ ਕੌਮ ਦਾ ਵਿਰਸਾ ਕੀ ਹੈ, ਇਤਿਹਾਸ ਕੀ ਹੈ, ਸਾਡਾ ਗੁਰੂ ਕਹਿ ਕੀ ਰਿਹਾ, ਉਹ ਸੰਦੇਸ਼ ਕੀ ਦੇ ਰਿਹਾ, ਤਾਂ ਉਹਨਾਂ ਚਿਰ ਇਹ ਗੱਲ ਸੰਭਵ ਨਹੀਂ ਹੋ ਪਾਈ। ਆਖਰੀ ਕਾਲ ਲੈਣੇ ਜੀ, ਉਸ ਤੋਂ ਬਾਅਦ ਅਸੀਂ ਗੱਲ ਸਮਾਪਤ ਕਰਾਂਗੇ ਕਿ ਸਮਾਂ ਸਮਾਪਤ ਹੋਣ ਲੱਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਸ਼ਮਸ਼ੇਰ ਸਿੰਘ ਬੋਲਦਾ ਫਰਾਂਸ ਤੋਂ। ਜੀ ਸ਼ਮਸ਼ੇਰ ਸਿੰਘ ਸਾਹਿਬ, ਸਵਾਗਤ ਆਪ ਜੀ ਦਾ। ਕੀ ਕਹਿਣਾ ਚਾਹੋਗੇ? ਮੈਂ ਤੁਹਾਡੀ ਸਾਰੀ ਡਿਸਕਸ਼ਨ ਸੁਣੀ ਆ ਤੇ ਬਹੁਤ ਮਜ਼ਾ ਆਇਆ ਸੁਣ ਕੇ, ਸਾਨੂੰ ਮਿਲਿਆ। ਧੰਨਵਾਦ। ਤੁਸੀਂ ਬੜੇ ਭਰ ਕੇ ਟੀਕੇ ਲਾ ਰਹੇ ਜੇ ਸਿੱਖਾਂ ਨੂੰ, ਮੈਂ ਸਾਰਾ ਕੁਝ ਸੁਣਦਾ ਪਿਆ। ਮੈਨੂੰ ਪਤਾ ਵੀ ਤੁਹਾਨੂੰ ਸਾਡੇ ਨਾਲ ਬਹੁਤ ਜ਼ਿਆਦਾ ਦੁੱਖ ਵੀ ਆ, ਸਾਰਾ ਕੁਝ ਤੁਹਾਨੂੰ ਪਤਾ ਵੀ ਆ, ਸਵਾਲਾਂ ਦੇ ਜਵਾਬਾਂ ਦਾ, ਫਿਰ ਵੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਸਵਾਲ ਕਰ ਰਹੇ ਜੇ। ਧੰਨਵਾਦ। ਤੇ ਮੈਂ ਸੋਢੀ ਸਾਹਿਬ ਨੂੰ ਜਿਹੜਾ ਵਾ ਉਹ ਬਹੁਤ ਉਹਨਾਂ ਦਾ ਹੌਸਲਾ ਅਫਜ਼ਾਈ ਕਰਦਾ ਕਿ ਉਹਨਾਂ ਨੇ ਅਖੀਰ ਦੇ ਵਿੱਚ ਤੁਹਾਡੇ ਖਾਤੇ ਸਵਾਲ ਦਾ ਜਵਾਬ ਜਿਹੜਾ ਵਾ ਉਹਨਾਂ ਨੇ ਦੇ ਦਿੱਤਾ ਕਿ ਜਿਹੜੀ ਸਾਡੀ ਕੌਮ ਆ ਇਹ ਲੀਡਰਲੈਸ ਆ, ਸਾਨੂੰ ਲੀਡਰ ਨਹੀਂ ਅਜੇ ਤੱਕ ਲੱਭ ਰਿਹਾ। ਜਿਹੜੇ ਸਾਡੇ ਸਾਰੀਆਂ ਕਮੀਆਂ, ਉਹ ਇਹੀ ਕਮੀਆਂ ਸਾਰੀਆਂ, ਕੌਮ ਪੂਰੀ ਤਿਆਰ ਆ। ਅੱਜ ਅਸੀਂ ਲੀਡਰ ਕੋਲੋਂ ਜਿਹੜਾ ਵਾ ਉਹ ਸਾਰੇ ਬੈਠੇ ਆ, ਹਰ ਬੰਦਾ ਤਿਆਰ ਬੈਠਾ ਵਾ, ਕੁਰਬਾਨੀ ਕਰਨ ਨੂੰ ਤਿਆਰ ਆ, ਆਪਣਾ ਸਾਰਾ ਕੁਝ ਛੱਡਣ ਨੂੰ ਤਿਆਰ ਆ ਕੌਮ ਵਾਸਤੇ, ਪਰ ਸਾਨੂੰ ਇੱਕ ਕੋਈ ਵਿਸ਼ਵਾਸ ਵਾਲਾ ਲੀਡਰ ਜਿਹੜਾ ਉਹ ਨਹੀਂ ਮਿਲ ਰਿਹਾ। ਸਾਡਾ ਜਿਹੜਾ ਇੰਤਜ਼ਾਰ ਆ ਸਿਰਫ ਇਹੀ ਆ
ਬਿਲਕੁਲ ਬਿਲਕੁਲ ਹਰ ਪੱਖੋਂ ਤਿਆਰ ਪਈ ਸੀ, ਵਿਦੇਸ਼ਾਂ ਵਿੱਚ ਵੀ ਦੇਸ਼ ਵਿੱਚ ਵੀ ਹਰ ਥਾਂ ਤੇ। ਤੁਸੀਂ ਕਿਸ ਕਿਸਮ ਦਾ ਵਿਸ਼ਵਾਸ ਭਾਲਦੇ ਹੋ ਲੀਡਰ ਪਾਸੋਂ? ਅੱਜ ਸਾਨੂੰ ਕਿਸੇ ਤੇ ਵੀ ਵਿਸ਼ਵਾਸ ਨਹੀਂ ਇੱਕ ਦੂਜੇ ਤੇ। ਸਾਡੀ ਕੌਮ ਦੇ ਵਿੱਚ ਬੇਵਿਸ਼ਵਾਸੀ ਬਹੁਤ ਜ਼ਿਆਦਾ ਪੈ ਗਈ ਹੈ। ਜਦੋਂ ਬੇਵਿਸ਼ਵਾਸੀ ਪਰਿਵਾਰ ਵਿੱਚ ਪੈ ਜਾਵੇ ਉਦੋਂ ਕੋਈ ਵੀ ਕੰਮ ਜਿਹੜਾ ਨੇਪਰੇ ਨਹੀਂ ਚੜਦਾ ਜੀ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ। ਖਾਲਸਾ। ਆਖਿਰ ਦੇ ਵਿੱਚ ਸ਼ਾਰਟ ਦੇ ਵਿੱਚ ਬਚਾਂਗੇ ਸੰਗਾ ਸਾਹਿਬ ਤੁਹਾਡੇ ਕੋਲੋਂ ਵੀ ਕਿਉਂਕਿ ਗੱਲ ਉਹਨਾਂ ਨੇ ਬੜੀ ਪਿਆਰੀ ਕਹੀ ਕਿ ਕੌਮ ਦੇ ਵਿੱਚ ਜਦੋਂ ਅਵਿਸ਼ਵਾਸੀ ਹੋ ਜਾਏ ਉਦੋਂ ਲੀਡਰ ਲੱਭਣਾ ਬੜਾ ਮੁਸ਼ਕਲ ਹੈ। ਇਹਦੇ ਬਾਰੇ ਸ਼ਾਰਟ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਲੀਡਰਸ਼ਿਪ ਡਿਵੈਲਪ ਹੁੰਦੀ ਹੈ, ਲੀਡਰ ਪੈਦਾ ਨਹੀਂ ਹੁੰਦਾ ਜੀ, ਔਰ ਲੀਡਰ ਨੂੰ ਸਵੀਕਾਰ ਕਰਨਾ ਪੈਂਦਾ ਹੈ ਜੀ। ਜਿਸ ਲੀਡਰ ਦੇ ਕੋਲ ਕੋਈ ਵਿਜ਼ਨ ਹੋਵੇ, ਜਿਹਦੇ ਕੋਲ ਕੋਈ ਪ੍ਰੋਗਰਾਮ ਹੋਵੇ, ਜਿਹਦੇ ਕੋਲ ਸਟੈਪ ਬਾਈ ਸਟੈਪ ਅਗਾਂਹ ਤੁਰਨ ਦਾ ਕੋਈ ਤਰੀਕਾ ਹੋਵੇ, ਉਸ ਨੂੰ ਮਤਲਬ ਲੀਡਰ ਸਵੀਕਾਰ ਕਰਕੇ। ਔਰ ਦੂਸਰਾ ਜਿਹੜਾ ਇੱਕ ਲੀਡਰ ਮਗਰ ਤੁਰਨ ਜਿਹੜਾ ਹੈਗਾ ਨਾ ਆਪਣੇ ਕਹਿ ਲਓ ਕਨਸੈਪਟ ਆ, ਉਹ ਵੀ ਇੱਕ ਕਿਸਮ ਦਾ ਫੇਲਿੰਗ ਕਨਸੈਪਟ ਹੈਗਾ। ਕਲੈਕਟਿਵ ਲੀਡਰਸ਼ਿਪ ਵੀ ਹੋ ਸਕਦੀ ਹੈ। ਹਾਂਜੀ ਸੋਢੀ ਸਾਹਿਬ, ਸ਼ਾਰਟ ਦੇ ਵਿੱਚ ਮੈਂ ਤੁਹਾਡੇ ਕੋਲ ਪੁੱਛਾਂਗਾ, ਉਹਨਾਂ ਨੇ ਕਿਹਾ ਕਿ ਸਾਡੇ ਕੋਲ ਤੁਸੀਂ ਵੀ ਕਿਹਾ, ਇਸ ਗੱਲ ਨੂੰ ਆਪਾਂ ਇਸ ਗੱਲ ਨੂੰ ਸਮਰਾਈਜ਼ ਕਰੀਏ। ਇੱਕ ਮੌਕਾ ਐਸਾ ਵੀ ਆਇਆ ਜਦੋਂ ਕੌਮ ਨੇ ਅਕਾਲੀਆਂ ਨੂੰ ਕਾਂਗਰਸੀਆਂ ਨੂੰ, ਜਨ ਸੰਘੀਆਂ ਨੂੰ, ਸਭ ਕੁਝ ਛੱਡ ਕੇ ਕੁਝ ਇੱਕ ਧਿਰ ਨੂੰ, ਜੁਝਾਰੂ ਸਿੰਘਾਂ ਨੂੰ ਇੱਕ ਮੌਕਾ ਦਿੱਤਾ। ਉਹ ਮੌਕਾ ਸੰਭਾਲ ਨਹੀਂ ਸਕੇ। ਇੱਕ ਮੌਕਾ ਉਹਨਾਂ ਨੂੰ ਮਿਲਿਆ ਜ਼ਰੂਰ। ਉਹ ਮੌਕਾ ਬਿਲਕੁਲ ਤੁਹਾਡੀ ਗੱਲ ਹੈ ਮਿਲਿਆ ਕਿ ਉਹੀ ਗੱਲ ਨੌਜਵਾਨਾਂ ਨੇ ਜਿਹੜੇ ਕਿ ਇਲੈਕਸ਼ਨ ਲੜੇ, ਪਰ ਜਿਹੜੇ ਪੰਥਕ ਕੁਰਬਾਨੀ ਵਾਲੇ ਬੰਦੇ ਨੌਜਵਾਨਾਂ ਨੂੰ ਲੱਗੇ, ਸਿੱਖ ਨੌਜਵਾਨ ਨੂੰ, ਜੁਝਾਰੂ ਲੀਡਰਸ਼ਿਪ ਨੂੰ, ਜਿਵੇਂ ਸਿਮਰਜੀਤ ਸਿੰਘ ਮਾਨ, ਅਤਿੰਦਰਪਾਲ ਸਿੰਘ, ਰਜਿੰਦਰ ਕੌਰ ਬੁਲਾਰਾ ਜਾਂ ਇਹਨਾਂ ਨੂੰ MP ਬਣਾ ਕੇ ਉੱਥੇ ਭੇਜਿਆ। ਪਰ ਇਹਨਾਂ ਦਾ ਫਰਜ਼ ਬਣਦਾ ਸੀ ਕਿ ਅੱਗੋਂ ਦੁਬਾਰਾ ਕੌਮ ਨੂੰ ਉੱਥੇ ਫਿਰ ਗੱਲ ਉੱਥੇ ਆ ਕੇ ਖੜ ਗਈ ਕਿ ਫਿਰ ਇਹਨਾਂ ਸਾਰਿਆਂ ਦੇ ਆਪਣੇ ਆਪਣੇ ਮੂੰਹ ਹੋ ਗਏ, ਆਪਣੇ ਆਪਣੇ ਰਸਤੇ ਹੋ ਗਏ। ਔਰ ਇਹਨਾਂ ਸਾਰਿਆਂ ਦਾ ਔਰ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨੇ ਸ੍ਰੀ ਸਾਹਿਬ ਦੀ ਗੱਲ ਕੀਤੀ ਕਿ ਮੈਂ ਕਿਰਪਾਨ ਲੈ ਕੇ ਜਾਣੀ ਹੈ, ਠੀਕ ਹੈ, ਚਲੋ ਉਹ ਇੱਕ ਜਦੋਂ ਸੰਵਿਧਾਨ ਦੇ ਵਿੱਚ ਲਿਖਿਆ ਕਿ ਸਿੱਖ ਕਿਰਪਾਨ ਲੈ ਕੇ ਜਾਂ ਪਹਿਨ ਕੇ ਕਿਤੇ ਵੀ ਜਾ ਸਕਦਾ, ਸਾਡਾ ਉਹ ਵੀ ਇੱਕ ਹੱਕ ਸੀਗਾ। ਪਰ ਕੁਝ ਸਹੁੰ ਚੱਕਣ ਚਲੇ ਗਏ, ਕੁਝ ਗਏ ਨਹੀਂ। ਉਹ ਉਸੇ ਗੱਲ ਦਾ ਹੀ ਸਿੱਟਾ ਹੈ ਕਿ ਫਿਰ ਉਹ ਗੱਲ ਉੱਥੇ ਆਈ ਹੈ ਕਿ ਕੌਮ ਭੰਬਲ ਗੁੱਸਾ ਖਤਮ ਨਹੀਂ ਹੋਇਆ ਤੇ ਹੋ ਨਹੀਂ ਪਾਇਆ। ਔਰ ਮੈਂ ਅੱਜ ਵੀ ਸਾਰੇ ਨੌਜਵਾਨਾਂ ਨੂੰ ਇਹੋ ਹੀ ਅਪੀਲ ਕਰਨੀ ਚਾਹਣਾ ਔਰ ਬੇਨਤੀ ਵੀ ਕਰਨੀ ਚਾਹਣਾ ਔਰ ਨਾਲ ਵਧਾਈ ਵੀ ਦੇਣੀ ਚਾਹਣਾ ਕਿ ਜਿਹੜੇ ਇੱਥੇ ਦੇ ਸਿੱਖ ਨੌਜਵਾਨ ਆ ਉਹ ਬੜੇ ਇਸ ਗੱਲ ਨੂੰ ਲੈ ਕੇ ਸਜਿੰਦਾ। ਔਰ ਮੈਂ TV ਵੇਖ ਰਿਹਾ ਉਦੋਂ ਦਾ ਕਿ ਬੜੇ ਢੰਗ ਨਾਲ ਉਹ ਲੱਗੇ ਹੋਏ। ਔਰ ਹਾਈਡ ਪਾਰਕ ਜਿਹੜਾ ਪ੍ਰੋਗਰਾਮ ਹੋਣਾ, ਔਰ ਮੇਰੀ ਅਪੀਲ ਵੀ ਹੈ ਕਿ ਜਿੰਨੇ ਵੱਧ ਤੋਂ ਵੱਧ ਉੱਥੇ ਜਾਣ ਲੋਕ, ਔਰ ਸੰਗਤ ਇਕੱਠੀ ਵੀ ਹੋ ਰਹੀ ਹੈ। ਔਰ ਉਹ ਜਿਹੜੇ ਪ੍ਰਬੰਧਕ ਆ ਉਹ ਵਧਾਈ ਦੇ ਪਾਤਰ ਵੀ ਹੈ ਕਿ ਜਿਹੜੇ ਆਪਣੀ ਕੌਮ ਨੂੰ ਜਾਂ ਆਪਣੇ ਸ਼ਹੀਦਾਂ ਨੂੰ ਨਹੀਂ ਭੁੱਲੇ ਔਰ ਲਗਾਤਾਰ ਹਰੇਕ ਸਾਲ ਚਾਹੇ ਥੋੜੀ ਗਿਣਤੀ ਚ ਇਕੱਠੇ ਹੁੰਦੇ ਆ ਚਾਹੇ ਬਹੁਤੀ ਚ ਹੁੰਦੇ ਆ, ਪਰ ਉਹ ਇਕੱਠੇ ਹੁੰਦੇ ਆ। ਔਰ ਮੈਂ ਸਮਝਦਾ ਕਿ ਉਹ ਬਹੁਤ ਧੰਨਵਾਦ ਦੇ ਪਾਤਰ ਹੈ। ਔਰ ਇਸੇ ਤਰ੍ਹਾਂ ਸਾਨੂੰ ਇਕੱਠੇ ਹੋ ਕੇ ਇਹਨਾਂ ਨੂੰ, ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਇੱਥੋਂ ਬੈਠੇ, ਕਿਉਂਕਿ ਇੱਥੋਂ ਹੀ ਡਾਲਰ ਪਾਉਂਡ ਜਾਂਦੇ ਆ ਜਿਹੜੇ ਲੀਡਰੀ ਕਰਦੇ ਆ, ਤੇ ਇਹ ਇਹਨਾਂ ਤੇ ਪ੍ਰੈਸ਼ਰ ਵੀ ਪਾ ਸਕਦੇ ਨੌਜਵਾਨ ਕਿ ਬੰਦੇ ਬਣ ਕੇ ਤੁਸੀਂ ਉੱਥੇ ਕੰਮ ਕਰੋ ਪੰਜਾਬ ਦੇ ਵਿੱਚ। ਔਰ ਪੰਜਾਬ ਇਸ ਟਾਈਮ ਜਿਹੜਾ ਨਸ਼ਿਆਂ ਦੇ ਉੱਤੇ ਤੇ ਔਰ ਪਤਤਪੁਣੇ ਦੋ ਗੱਲਾਂ ਤੇ ਕੰਮ ਕਰਨ ਦੀ ਲੋੜ ਹੈ। ਡਾਕਟਰ ਸਾਹਿਬ ਇਸ ਵਕਤ ਮੈਂ ਤੁਹਾਡਾ ਟਾਈਮ ਲੈ ਰਿਹਾ ਕਿ ਨਸ਼ੇ ਔਰ ਪਤਤਪੁਣਾ, ਜੇ ਅਸੀਂ ਦੋ ਗੱਲਾਂ ਨੂੰ ਲੈ ਕੇ ਹੀ ਤੁਰ ਪਈਏ ਨਾ ਤੇ ਸਾਰੇ ਹੀ ਮਸਲੇ ਹੱਲ ਹੋ ਜਾਣਗੇ। ਹੋਰ ਬਹੁਤੀ ਕੋਈ ਗੱਲ ਕਰਨੀ। ਥੈਂਕ ਯੂ ਵੈਰੀ ਮਚ ਸੋਢੀ ਸਾਹਿਬ ਦਾ ਵੀ ਧੰਨਵਾਦ। ਸੋਢੀ ਸਾਹਿਬ ਆਪ ਜੀ ਨੇ ਆਖਿਰ ਦੇ ਵਿੱਚ ਬਹੁਤ ਅੱਛੀ ਪਿਆਰੀ ਗੱਲ ਕਹੀ ਕਿ ਜੇ ਨਸ਼ਾ ਔਰ ਪਤਤਪੁਣੇ ਨੂੰ ਲੈ ਕੇ ਚੱਲੀਏ, ਮੇਰਾ ਸਤਿਗੁਰੂ ਤੁਹਾਨੂੰ ਸਮਰਥਤਾ ਦੇਵੇ, ਤੁਸੀਂ ਇਹ ਕਰ ਆਪਣੇ ਆਪ ਸੰਭਾਲੋ। ਸੰਗਾ ਸਾਹਿਬ ਨੇ ਬੜੀ ਪਿਆਰੀ ਔਰ ਕਮਾਲ ਦੀ ਗੱਲ ਕਹੀ ਕਿ ਹਰ ਸਿੱਖ ਨੂੰ ਇੱਕ ਇੰਡੀਵਿਜੂਅਲ ਭਾਵਨਾ ਦੇ ਨਾਲ, ਇੱਕ ਸਿੱਖੀ ਭਾਵਨਾ ਦੇ ਨਾਲ, ਜਿੰਨੀ ਦੇਰ ਤੱਕ ਉਹ ਹਰ ਸਿੱਖੀ ਭਾਵਨਾ ਦੇ ਨਾਲ ਆਪਣੇ ਬਾਰੇ ਨਹੀਂ ਸੋਚਦਾ, ਉਨੀ ਦੇਰ ਤੱਕ ਸਾਡੀ ਕੌਮ ਅੱਗੇ ਨਹੀਂ ਜਾਂਦੀ। ਇੱਕ ਬਹੁਤ ਪਿਆਰੀ ਗੱਲ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਸਿੱਖੀ ਭਾਵਨਾ ਦੇ ਨਾਲ ਇੱਕ ਸੋਚ ਇੰਡੀਵਿਜੂਅਲ ਤੌਰ ਉੱਪਰ ਰੱਖਣੀ ਹੀ ਹੋਏਗੀ। ਸੰਗਾ ਸਾਹਿਬ ਦਾ, ਸੁਜਿੰਦਰ ਸਿੰਘ ਸਾਹਿਬ ਜੀ ਦਾ, ਪ੍ਰਿੰਸੀਪਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਦਵਿੰਦਰ ਸਿੰਘ ਜੀ ਸੋਢੀ ਹੋਣਾ ਦਾ। ਗੱਲਾਂ ਬਥੇਰੀਆਂ ਸਨ, ਗੱਲਾਂ ਲੰਮੀਰੀਆਂ ਵੀ ਬੜੀਆਂ ਸਨ, ਲੇਕਿਨ ਸਮਾਂ ਔਰ ਵਕਤ ਸਾਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਮੈਂ ਆਪ ਜੀ ਦਾ ਦਾਸ ਗੁਰਦੀਪ ਸਿੰਘ ਇੱਥੇ ਹੀ ਆਪ ਜੀ ਦੇ ਚਰਨਾਂ ਤੋਂ ਵਿਦਾ ਚਾਹਾਂਗਾ। ਕੱਲ ਫੇਰ ਸ਼ਨੀਚਰਵਾਰ ਵਾਲੇ ਦਿਨ ਆਪ ਜੀ ਦੇ ਚਰਨ ਪਰਸਾਂਗਾ 7 ਤੋਂ 9 ਦੇ ਸਮੇਂ ਦੇ ਦੌਰਾਨ ਖਾਸ ਔਰ ਵਿਸ਼ੇਸ਼ ਮਹਿਮਾਨਾਂ ਦੇ ਨਾਲ ਖਾਸ ਔਰ ਵਿਸ਼ੇਸ਼ ਪ੍ਰੋਗਰਾਮ ਲੈ ਕੇ ਆਪ ਕੱਲ ਦਾ ਪ੍ਰੋਗਰਾਮ ਵੀ ਦੇਖਣਾ ਔਰ ਸੁਣਨਾ ਨਾ ਭੁੱਲਿਓ। ਅੱਜ ਆਪਣੇ ਦਾਸ ਨੂੰ ਸੰਗਾ ਸਾਹਿਬ ਦੇ ਨਾਲ ਔਰ ਸੋਢੀ ਸਾਹਿਬ ਦੇ ਨਾਲ ਇਜਾਜ਼ਤ ਬਖਸ਼ਣੀ। ਕੱਲ ਫੇਰ ਆਪ ਜੀ ਦੇ ਚਰਨ ਪਰਸਨ ਦੇ ਲਈ 7 ਤੋਂ 10 ਹਾਜ਼ਰ ਹੋਵਾਂਗਾ। ਅੱਜ ਤੱਕ ਦੇ ਲਈ ਇੰਨੀ ਕੀ ਸੇਵਾ ਪ੍ਰਵਾਨ ਕਰ ਲੈਣੀ। ਹੋਈਆਂ ਭੁੱਲਾਂ ਦੀ ਖਿਮਾ। ਕਿਸੇ ਨੂੰ ਠੋਸ ਪਹੁੰਚਾਉਣ ਦੇ ਮੱਦੇਨਜ਼ਰ ਅਸੀਂ ਕੋਈ ਗੱਲ ਨਹੀਂ ਕੀਤੀ, ਲੇਕਿਨ ਇਸ ਗੱਲ ਤੋਂ ਆਪਾਂ ਡਰ ਜਾਈਏ ਕਿ ਸੱਚ ਕਹਿਣਾ ਤੇ ਕਿਸੇ ਨੂੰ ਲੱਗੇਗੀ
ਇਹ ਵੀ ਗੱਲ ਸਾਡੇ ਲਈ ਜਾਇਜ਼ ਔਰ ਯੋਗ ਨਹੀਂ ਸੀ। ਧੰਨਵਾਦ ਇੱਕ ਵਾਰੀ ਫਿਰ ਆਪ ਸਭਨਾਂ ਦਾ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦੀਆਂ ਫੋਨ ਕਾਲਸ ਨਹੀਂ ਲੈ ਸਕਿਆ ਉਹਨਾਂ ਕੋਲ ਬਹੁਤ ਖਿਮਾ, ਕਿਉਂਕਿ ਆਪ ਜੀ ਦੀਆਂ ਬਹੁਤ ਸਾਰੀਆਂ ਫੋਨ ਕਾਲਸ ਆ ਰਹੀਆਂ ਸਨ। ਆਪ ਜੀ ਦਾ ਦਾਸ ਆਪ ਜੀ ਤੋਂ ਇੱਥੇ ਖਿਮਾ ਮੰਗਦਾ ਹੈ। ਹੈਪੀ ਵੀਕਐਂਡ, ਸ਼ੁਭ ਰਾਤ, ਸ਼ਬਾ ਖੈਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।